वाहिगुरु जी का खालसा वाहिगुरु जी की फतेह। भगत तेरा मन भावंदे दर सोहन कीरत गावंदे। ਇਹਦੇ ਨਾਲੋਂ ਪਹਿਲਾਂ ਅਸੀਂ ਇੱਕ ਵਾਰ ਜੋ ਸ਼ਲੋਕ ਨੇ ਇਸ ਪੌੜੀ ਦੇ ਨਾਲ ਉਹਨਾਂ ਨੂੰ ਸਮਝ ਲਈਏ। ਪਹਿਲਾ ਸ਼ਲੋਕ ਹੈ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ। ਉੱਥੇ ਗੱਲ ਇਹ ਸੀ ਵੀ ਜ਼ਿੰਦਗੀ ਜੀਂਦਿਆਂ ਸਾਨੂੰ ਇੰਝ ਲੱਗਣ ਲੱਗੇ ਵੀ ਮੈਨੂੰ ਬਹੁਤ ਕੁਝ ਆਉਂਦਾ ਹੈ, ਮੈਂ ਪੜ੍ਹਿਆ ਬਹੁਤ ਜ਼ਿਆਦਾ ਹਾਂ, ਦੁਨੀਆ ਦੇ ਬਾਕੀ ਲੋਕ ਮੇਰੇ ਤੋਂ ਥੱਲੇ ਮੇਰੇ ਤੋਂ ਨੀਵੇਂ, ਮਤਲਬ ਜਿਹੜਾ ਸਬਜੈਕਟ ਮੈਂ ਜੀ ਰਿਹਾ ਹਾਂ ਚਲਾ ਰਿਹਾ ਹਾਂ ਜੋ ਮੇਰਾ ਕਿੱਤਾ ਹੈ ਮੈਂ ਉਹਦੇ ਵਿੱਚ ਮਾਸਟਰ ਸਮਝਦਾ ਫਿਰਦਾ ਹਾਂ ਆਪਣੇ ਆਪ ਨੂੰ। ਹਰ ਇੱਕ ਨੂੰ ਇਹ ਹੁੰਦਾ ਹੈ। ਅਤੇ ਮਰਦ ਕਹਿੰਦੇ ਇਹੋ ਜਿਹੇ ਵਾਰ ਕਿੰਨੀ ਵਾਰ ਵੀ ਇਹੋ ਜਿਹੇ ਵਿਸ਼ਿਆਂ ਦੇ ਅਸੀਂ ਮਾਸਟਰ ਹੋਈਏ, ਇਹੋ ਜਿਹੇ ਕਿੰਨੇ ਵੀ ਵਿਸ਼ੇ ਸਾਨੂੰ ਯਾਦ ਹੋਣ, ਅਸੀਂ ਦੁਨੀਆ ਪਿੱਛੇ ਛੱਡ ਦਿੱਤੀ ਹੋਵੇ ਤਾਂ ਵੀ ਸਤਿਗੁਰੂ ਕਹਿੰਦੇ ਜੇ ਹਉਮੈ ਵੱਧਦੀ ਹੈ ਨਾ ਤਾਂ ਫਿਰ ਇਹ ਬੇਕਾਰ ਹੈ ਚੀਜ਼ਾਂ। ਜਿਹੜਾ ਬੰਦਾ ਸਾਰਾ ਕੁਝ ਸਿੱਖ ਕੇ ਹੰਕਾਰੀ ਵੀ ਹੋਇਆ ਫਿਰਦਾ ਹੈ ਨਾ ਉਹਦਾ ਸਿੱਖਿਆ ਵੀ ਕਿਸੇ ਕੰਮ ਦੇ ਵਿੱਚ ਨਹੀਂ ਆ ਰਿਹਾ। ਦੂਸਰਾ ਪਾਸਾ ਉਸ ਜ਼ਿੰਦਗੀ ਦੇ ਵਿੱਚੋਂ ਨਿਕਲਣ ਦੇ ਲਈ ਕਈ ਬੰਦੇ ਧਾਰਮਿਕ ਜ਼ਿੰਦਗੀਆਂ ਦਾ ਆਸਰਾ ਰਹਿ ਲੈਂਦੇ ਨੇ, ਧਾਰਮਿਕ ਕਰਮਾਂ ਦਾ ਆਸਰਾ ਰਹਿ ਲੈਂਦੇ ਨੇ। ਉਹ ਫਿਰ ਕਈ ਤਰੀਕੇ ਦੀਆਂ ਨਾ ਧਰਮ ਦੇ ਵਿੱਚ ਇੱਦਾਂ ਕਹਿ ਲਈਏ ਵੀ ਖੇਡਾਂ ਖੇਡਦੇ ਨੇ। ਫਿਰ ਗੁਰੂ ਸਾਹਿਬ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਵੀ ਇੱਕ ਤਾਂ ਉਹ ਦੁਨੀਆ ਨਾਲੋਂ ਵੱਖਰਾ ਹੋ ਕੇ ਧਰਮ ਕਮਾਉਣਾ ਚਾਹੁੰਦੇ ਨੇ ਅਤੇ ਮਾਣ ਅੰਦਰ ਫਿਰ ਇਹ ਰੱਖਣਾ ਚਾਹੁੰਦੇ ਨੇ ਵੀ ਸਾਡੀ ਦੁਨੀਆ ਪ੍ਰਸ਼ੰਸਾ ਕਰੇ, ਸਾਡੀ ਦੁਨੀਆ ਮਾਣ ਕਰੇ। ਜਿੱਦਾਂ ਕਿਸੇ ਨੇ ਰੋਟੀ ਛੱਡ ਦਿੱਤੀ ਹੈ, ਉਹਦੀ ਇੱਛਾ ਹੋ ਸਕਦੀ ਹੈ ਰੋਟੀ ਛੱਡਣੀ, ਪਰ ਉਹ ਚਾਹੁੰਦਾ ਹੈ ਵੀ ਮੈਂ ਰੋਟੀ ਛੱਡੀ ਹੈ ਅਤੇ ਇਸ ਰੋਟੀ ਛੱਡਣ ਦੇ ਬਿਹਾਫ ਦੇ ਉੱਤੇ ਮੇਰੀ ਪ੍ਰਸ਼ੰਸਾ ਹੋਵੇ ਕਿ ਹਾਂ ਮੈਂ ਰੋਟੀ ਛੱਡੀ ਹੋਈ ਹੈ। ਅਤੇ ਬਿਲਕੁਲ ਇੱਦਾਂ ਦੀ ਗੱਲ ਹੈ ਕਿ ਜਿੱਦਾਂ ਅਸੀਂ ਆਪਣੇ ਆਪ ਨੂੰ ਇਹ ਅਖਵਾਉਂਦੇ ਫਿਰੀਏ ਵੀ ਮੈਂ ਕਹਾਂ ਜੀ ਮੈਨੂੰ ਕਥਾ ਆਉਂਦੀ ਹੈ, ਪਤਾ ਨਹੀਂ ਆਉਂਦੀ ਹੈ ਕਿ ਨਹੀਂ, ਮੈਨੂੰ ਲੱਗੇ ਵੀ ਮੈਨੂੰ ਕਥਾ ਆਉਂਦੀ ਹੈ ਅਤੇ ਮੈਂ ਕਹਾਂ ਜੀ ਇਸ ਕਰਕੇ ਮੇਰੇ ਨਾਲ ਬਾਕੀ ਦੁਨੀਆ ਨਾਲੋਂ ਵੱਖਰਾ ਟਰੀਟ ਕੀਤਾ ਜਾਵੇ, ਮੈਂ ਕੁਝ ਖਾਸ ਹਾਂ ਇਸ ਦੁਨੀਆ ਦੇ ਵਿੱਚ। ਕਈਆਂ ਨੂੰ ਗੁਰਦੁਆਰੇ ਆਉਣ 'ਤੇ ਇਹ ਲੱਗਣ ਲੱਗ ਪਵੇ ਵੀ ਹਾਂ ਮੈਂ ਗੁਰਦੁਆਰੇ ਆਉਂਦਾ ਹਾਂ, ਮੈਂ ਬਾਕੀਆਂ ਨਾਲੋਂ ਯੂਨੀਕ ਹਾਂ ਅਤੇ ਮੈਂ ਦੁਨੀਆ ਦੇ ਵਿੱਚ ਬਾਕੀਆਂ ਨਾਲੋਂ ਵਿਲੱਖਣ ਪੈਦਾ ਹੋ ਗਿਆ ਹਾਂ। ਵਿਲੱਖਣ ਹਾਂ ਜਾਂ ਨਹੀਂ ਹਾਂ ਉਹ ਬਾਅਦ ਦੀਆਂ ਗੱਲਾਂ ਨੇ, ਪਰ ਆਪਣੇ ਵਿਲੱਖਣ ਹੋਣ ਦੀ ਹਉਮੈ ਪੈਦਾ ਹੋ ਜਾਣੀ, ਆਪਣੇ ਵੱਖਰੇ ਹੋਣ ਦਾ ਇੱਕ ਅਹੰ ਪੈਦਾ ਹੋ ਜਾਣਾ ਵੀ ਸਾਰਾ ਟੱਬਰ ਪਾਠ ਨਹੀਂ ਕਰਦਾ ਮੈਂ ਪਾਠ ਕਰਦਾ, ਸਾਰਾ ਟੱਬਰ ਗੁਰਦੁਆਰੇ ਨਹੀਂ ਆਉਂਦਾ ਮੈਂ ਗੁਰਦੁਆਰੇ ਆਉਂਦਾ ਹਾਂ, ਸਾਰਾ ਟੱਬਰ ਧਰਮ ਨੂੰ ਨਹੀਂ ਮੰਨਦਾ, ਸਾਰਾ ਟੱਬਰ ਰੱਬ ਨੂੰ ਨਹੀਂ ਮੰਨਦਾ ਮੈਂ ਮੰਨਦਾ ਹਾਂ। ਉਹ ਜਿਹੜੀ ਪ੍ਰੋਬਲਮ ਹੈ ਉਹ ਪ੍ਰੋਬਲਮ ਅਹੰ ਦੇ ਉੱਤੇ ਆ ਕੇ ਖੜੀ ਹੈ, ਪ੍ਰੋਬਲਮ ਮੈਂ ਦੇ ਉੱਤੇ ਆ ਕੇ ਖੜੀ ਹੋਈ ਹੈ। ਅਤੇ ਜੋ ਕੁਝ ਵੀ ਅਸੀਂ ਫਿਰ ਕਰਦੇ ਹਾਂ, ਭਾਵੇਂ ਆਹ ਦੁਨੀਆ ਵਾਲੇ ਕੰਮ ਕਰੀ ਜਾਂਦੇ ਹਾਂ, ਇਸ ਦੁਨੀਆਦਾਰੀ ਦੇ ਵਿੱਚ ਮਾਸਟਰ ਹੋਈ ਜਾਂਦੇ ਹਾਂ, ਅਤੇ ਭਾਵੇਂ ਧਾਰਮਿਕ ਕੰਮਾਂ ਨੂੰ ਕਰ ਕਰਕੇ ਅਸੀਂ ਮਾਸਟਰ ਹੋ ਜਾਂਦੇ ਹਾਂ। ਸਤਿਗੁਰੂ ਕਹਿੰਦੇ ਵਾਪਰਦਾ ਸਾਡੇ ਨਾਲ ਉਸ ਹਾਥੀ ਦੇ ਵਾਲਾ ਹੈ ਜਿਹਦੀ ਅਸੀਂ ਕੱਲ੍ਹ ਉਦਾਹਰਣ ਲਈ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਨਹਾਉਂਦਾ ਵੀ ਰਹਿੰਦਾ ਹੈ ਪਰ ਬਾਹਰ ਨਿਕਲ ਕੇ ਤੇ ਆਪਣੇ ਉੱਤੇ ਖੇ ਵੀ ਪਵਾ ਲੈਂਦਾ ਹੈ। ਹਸਤੀ ਨੀਰ ਨਵਾਲੀ ਹੈ ਬਾਹਰ ਨਿਕਲ ਖੇ ਉਡਾਈ, ਭਾਈ ਗੁਰਦਾਸ ਸਾਹਿਬ ਕਹਿੰਦੇ ਬਸ ਇੱਦਾਂ ਦੀ ਹਾਲਤ ਹੈ। ਇੱਕ ਪਾਸੇ ਤਾਂ ਅਸੀਂ ਧਾਰਮਿਕ ਕੰਮ ਕਰਦੇ ਹਾਂ ਫਿਰ ਨਾਲ ਗਿਣਾ ਵੀ ਲੈਂਦੇ ਹਾਂ, ਅਤੇ ਜਦੋਂ ਗਿਣਾ ਲੈਂਦੇ ਹਾਂ ਫਿਰ ਸਾਡਾ ਅਹੰ ਹੀ ਵੱਡਾ ਹੁੰਦਾ ਹੈ, ਹੋਰ ਕੁਝ ਨਹੀਂ ਹੁੰਦਾ। ਪੌੜੀ ਨੂੰ ਸਮਝ ਲਈਏ, ਪੌੜੀ ਬਿਲਕੁਲ ਇਹਦੇ ਤੋਂ ਉਲਟ ਅਰਥ ਕਰਦੀ ਪਈ ਹੈ। ਸ਼ਲੋਕਾਂ ਨੇ ਇੱਕ ਵਿਸ਼ਾ ਰੱਖਿਆ ਹੈ ਹਉਮੈ ਦਾ, ਭਾਵੇਂ ਉਹ ਧਾਰਮਿਕ ਹਉਮੈ ਹੋਵੇ ਅਤੇ ਭਾਵੇਂ ਸਮਾਜਿਕ ਹਉਮੈ ਹੋਵੇ। ਪੌੜੀ ਗੱਲ ਕਰਦੀ ਪਈ ਹੈ ਨਿਮਰਤਾ ਦੀ, ਪੌੜੀ ਗੱਲ ਕਰਦੀ ਪਈ ਹੈ ਨਿਮਰ ਹੋਣ ਦੀ ਵੀ ਅਸੀਂ ਨੀਵੇਂ ਕਿੰਨੇ ਕੁ ਹੋ ਸਕਦੇ ਹਾਂ। ਇੱਕ ਗੱਲ ਸਮਝ ਲਈਏ, ਆਪਾਂ ਪਿਛਲੀਆਂ ਪੌੜੀਆਂ ਦੇ ਵਿੱਚ ਵੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸਤਿਗੁਰੂ ਕਹਿੰਦੇ ਨੇ ਪਹਿਲਾਂ ਤਾਂ ਇਸ ਗੱਲ ਨੂੰ ਸਮਝੋ ਵੀ ਹਉਮੈ ਹੈ ਕੀ ਹੈ। ਕੁਝ ਵੀ ਨਹੀਂ ਹੈ, ਪਰ ਹੈ ਤਾਂ ਸਾਰਿਆਂ ਦੇ ਅੰਦਰ ਹੈ। ਕਿਸੇ ਨਾ ਕਿਸੇ ਚੀਜ਼ ਦਾ ਹੰਕਾਰ ਹੈ ਹਰ ਇੱਕ ਬੰਦੇ ਨੂੰ, ਉਹਨੂੰ ਲੱਗਦਾ ਵੀ ਆਹ ਕੰਮ ਮੈਨੂੰ ਜ਼ਿਆਦਾ ਆਉਂਦਾ ਹੈ ਬਾਕੀਆਂ ਨਾਲੋਂ, ਅਤੇ ਉਹ ਉਸੇ ਕੰਮ ਦੇ ਉੱਤੇ ਦੁਨੀਆ ਦੇ ਉੱਤੇ ਸਰਦਾਰੀ ਕਰਨਾ ਚਾਹੁੰਦਾ ਹੈ। ਅਸਲ ਦੇ ਵਿੱਚ ਗੱਲ ਪਤਾ ਕਿੰਨੀ ਕੁ ਹੈ ਕਿ ਜਿਹੜੀ ਬਰਫ਼ ਹੁੰਦੀ ਹੈ ਨਾ ਜਦੋਂ ਜੰਮ ਜਾਂਦੀ ਹੈ ਅਤੇ ਉਹ ਵੇਖੋ ਉਹ ਕਿਸੇ ਨੂੰ ਸੱਟ ਵੀ ਲਗਾ ਸਕਦੀ ਹੈ, ਕਿਸੇ ਦੇ ਉੱਤੇ ਜ਼ੋਰ ਦੀ ਤੁਸੀਂ ਮਾਰੋ ਹਾਂ ਅਤੇ ਵੇਖੋ ਕੀ ਬਣਦਾ ਅਗਲੇ ਦਾ। ਪਰ ਉਹੀ ਬਰਫ਼ ਜਦੋਂ ਕਿਤੇ ਅੱਗ ਦੇ ਉੱਤੇ ਰੱਖ ਦਿੱਤੀ ਜਾਵੇ ਤਾਂ ਉਸੇ ਵੇਲੇ ਪਾਣੀ ਬਣ ਜਾਂਦਾ ਹੈ।
ਸਾਡੀ ਪ੍ਰੋਬਲਮ ਇਹ ਹੈ, ਅਸੀਂ ਕਰਮ ਕਰਦੇ ਹਾਂ, ਧਾਰਮਿਕ ਜ਼ਿੰਦਗੀ ਜੀਂਦੇ ਹਾਂ, ਅਸੀਂ ਪਾਣੀ ਵਾਂਗ ਨਹੀਂ ਰਹਿੰਦੇ ਕਿ ਅਸੀਂ ਨੀਵੇਂ ਹੋ ਜਾਈਏ। ਕਿਉਂਕਿ ਪਾਣੀ ਦਾ ਸੁਭਾਅ ਅਸੀਂ ਪੜ੍ਹ ਲਿਆ। ਮਹਾਰਾਜ ਕਹਿੰਦੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਵੀ ਪਾਣੀ ਨੀਵਾਂ ਚੱਲਦਾ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਧਾਰਮਿਕ ਕਰਮ ਕਰ ਕਰਕੇ ਨਾ ਬਰਫ਼ ਵਰਗੇ ਬਣਨਾ ਸ਼ੁਰੂ ਹੋ ਜਾਂਦੇ ਹਾਂ। ਹੁੰਦੀ ਤਾਂ ਬਰਫ਼ ਵੀ ਇੱਕ ਪਾਣੀ ਦੀ ਸਟੇਟ ਹੀ ਹੈ। ਪਾਣੀ ਦੀ ਇੱਕ ਜਿਹੜੀ ਹੈ ਉਹ ਇੱਦਾਂ ਕਹਿ ਲਈਏ ਵੀ ਪਾਣੀ ਜੰਮ ਚੁੱਕਾ ਹੈ ਤੇ ਬਰਫ਼ ਵੀ ਪਾਣੀ ਹੈ। ਪਰ ਪ੍ਰੋਬਲਮ ਕੀ ਹੈ, ਜਿਸ ਤਰ੍ਹਾਂ ਉਹ ਪਾਣੀ ਬਰਫ਼ ਵਾਲਾ ਪੀਤਾ ਨਹੀਂ ਨਾ ਜਾ ਸਕਦਾ, ਬਰਫ਼ ਖਾਧੀ ਨਹੀਂ ਜਾ ਸਕਦੀ, ਬਰਫ਼ ਪੀਤੀ ਨਹੀਂ ਜਾ ਸਕਦੀ, ਦਿੱਕਤ ਹੁੰਦੀ ਹੈ। ਉਹਨੂੰ ਪਹਿਲਾਂ ਸਾਨੂੰ ਫਿਰ ਉਸੇ ਪਾਣੀ ਵਾਲੀ ਹਾਲਤ ਦੇ ਵਿੱਚ ਲੈ ਕੇ ਆਉਣਾ ਪਵੇਗਾ। ਇੱਦਾਂ ਹੀ ਸਾਡੇ ਨਾਲ ਵਾਪਰਦਾ। ਹੁੰਦੇ ਤੇ ਅਸੀਂ ਨੋਰਮਲ ਹੀ ਹਾਂ, ਪਰ ਹੰਕਾਰੀ ਹੋ ਕੇ ਉਸ ਬਰਫ਼ ਵਰਗੇ ਹੋ ਜਾਂਦੇ ਹਾਂ। ਬਸ ਸਾਨੂੰ ਲੱਗਦਾ ਵੀ ਅਸੀਂ ਬਹੁਤ ਕੁਝ ਹਾਂ, ਫਾਇਦਾ ਅਸੀਂ ਕਿਸੇ ਦਾ ਨਹੀਂ ਕਰ ਰਹੇ ਹੁੰਦੇ। ਔਰ ਆਪਣੀ ਦੁਨੀਆ ਦੇ ਵਿੱਚ ਆਪਣੀ ਐਵੇਂ ਮੌਜ ਦੇ ਵਿੱਚ ਤੁਰੇ ਫਿਰਦੇ ਹਾਂ ਵੀ ਅਸੀਂ ਬਹੁਤ ਕੁਝ ਹਾਂ। ਮਹਾਰਾਜ ਕਹਿੰਦੇ ਅਸੀਂ ਕੁਝ ਵੀ ਨਹੀਂ ਹਾਂ। ਜਦੋਂ ਮੈਨੂੰ ਲੱਗ ਪਵੇ ਨਾ ਵੀ ਮੈਂ ਕੁਝ ਹਾਂ, ਸਤਿਗੁਰੂ ਕਹਿੰਦੇ ਧਿਆਨ ਦੇ ਨਾਲ ਇਸ ਬਾਣੀ ਦੇ ਨੇੜੇ ਬੈਠ ਜਾਇਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਵੀ ਨੀਵੇਂ ਹੋਣਾ ਹੁੰਦਾ ਕੀ ਹੈ, ਨਿਮਰ ਹੋਣਾ ਹੁੰਦਾ ਕੀ ਹੈ। ਹੁਣ ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਆਪਣੇ ਭਗਤਾਂ ਦੀ, ਬੜੇ ਪਿਆਰ ਵਾਲੇ ਅਤੇ ਬੜੇ ਨਾ ਤਰਲਿਆਂ ਜਿਹੇ ਵਾਲੇ ਬੋਲਦੇ ਸਤਿਗੁਰੂ ਜੀ ਦੇ ਇਸ ਪੌੜੀ ਦੇ ਵਿੱਚ। ਮਹਾਰਾਜ ਕਹਿੰਦੇ ਭਗਤ ਤੇਰਾ ਮਨ ਭਾਵੰਦੇ। ਐ ਵਾਹਿਗੁਰੂ, ਜਿਹੜੇ ਭਗਤ ਨੇ ਨਾ ਉਹ ਤੈਨੂੰ ਆਪਣੇ ਮਨ ਦੇ ਵਿੱਚ ਚੰਗੇ ਲੱਗਦੇ ਨੇ। ਅਤੇ ਸਿੱਧਾ ਸਿੱਧਾ ਇੱਕ ਨਾ ਖਿਆਲ ਜਿਹਾ ਖੜਾ ਹੋ ਜਾਂਦਾ ਵੀ ਇਹ ਕਿੱਦਾਂ ਦੀ ਗੱਲ ਹੋ ਗਈ ਵੀ ਰੱਬ ਨੂੰ ਅੱਧੇ ਬੰਦੇ ਚੰਗੇ ਲੱਗਦੇ ਨੇ ਅਤੇ ਅੱਧੇ ਬੰਦੇ ਬੁਰੇ ਲੱਗਦੇ ਪਏ ਨੇ। ਅਸਲ ਦੇ ਵਿੱਚ ਇਹ ਚੰਗੇ ਜਾਂ ਬੁਰੇ ਵਾਲੀ ਗੱਲ ਨਹੀਂ ਹੈ। ਇਹ ਗੱਲ ਸਿਰਫ ਇੰਨੀ ਕੁ ਹੈ ਵੀ ਜਿਸ ਤਰ੍ਹਾਂ ਮਾਂ ਪਿਓ ਦੇ 2 ਬੱਚੇ ਹੋਣ, 3 ਬੱਚੇ ਹੋਣ, ਅਤੇ ਉਹਨਾਂ ਦੇ ਵਿੱਚੋਂ ਇੱਕ ਨੇ ਬਿਲਕੁਲ ਉਹ ਕੰਮ ਕੀਤਾ ਹੈ ਜਿੱਦਾਂ ਮਾਂ ਪਿਓ ਚਾਹੁੰਦੇ ਸੀ, ਅਤੇ ਮਾਂ ਪਿਓ ਉਹਨੂੰ ਪਿਆਰ ਕਰਦੇ ਨੇ। ਪਿਆਰ ਤਾਂ ਮਾਂ ਪਿਓ ਦੂਜਿਆਂ ਨੂੰ ਵੀ ਕਰਦੇ ਨੇ। ਜਿਹੜੇ ਬਿਲਕੁਲ ਨਿਕੰਮੇ ਨਿਕਲ ਆਉਂਦੇ ਨੇ, ਮਾਂ ਪਿਓ ਕਿਹੜਾ ਪਿਆਰ ਕਰਨੋਂ ਹਟ ਜਾਂਦੇ ਨੇ? ਮਾਂ ਪਿਓ ਉਹਨਾਂ ਨੂੰ ਵੀ ਤਾਂ ਪਿਆਰ ਕਰਦੇ ਹੀ ਨੇ। ਬਾਕੀ ਦੁਨੀਆ 'ਚ ਮਰਜ਼ੀ ਕਹਿੰਦੇ ਫਿਰੇ, ਮਾਂ ਪਿਓ ਤਾਂ ਫਿਰ ਵੀ ਪਿਆਰ ਕਰ ਦਿੰਦੇ ਨੇ। ਸਤਿਗੁਰੂ ਕੀ ਕਹਿੰਦੇ ਨੇ, ਇਹ ਵਾਹਿਗੁਰੂ ਤੈਨੂੰ ਆਪਣੇ ਭਗਤ ਇੱਦਾਂ ਚੰਗੇ ਲੱਗਦੇ ਨੇ। ਮੈਂ ਨਾ ਜਿੱਦ ਦੇ ਵਿੱਚ ਆਉਂਦਾ, ਮੈਂ ਇਸ ਕਰਕੇ ਆਪਣੀ ਗੱਲ ਕਰਦਾ ਪਿਆ ਵੀ ਸਾਡੇ ਸਾਰੇ ਲਈ ਕਲੈਕਟਿਵ ਜੀ ਗੱਲ ਹੋ ਜਾਂਦੀ ਹੈ। ਅਸਲ ਦੇ ਵਿੱਚ ਅਸੀਂ ਆਉਂਦੇ ਹਾਂ ਜਿੱਦ ਨੂੰ ਪਗਾਉਣ ਦੇ ਲਈ। ਤੁਸੀਂ ਨਾ ਆਉਂਦੇ ਹੋਵੋਗੇ, ਇਹਨੂੰ ਕਿਤੇ ਇੱਦਾਂ ਨਾ ਸਮਝ ਲੈਣਾ ਵੀ ਅਸੀਂ ਸਿੱਧੀ ਡਾਇਰੈਕਟ ਗੱਲ ਕਰਦੇ ਨੇ, ਪਰ ਜੇ ਅਰਥ ਇੱਦਾਂ ਸਮਝਾਂਗੇ ਨਹੀਂ ਤਾਂ ਗੱਲ ਵੀ ਨਹੀਂ ਬਣੇਗੀ। ਅਸੀਂ ਆਉਂਦੇ ਹਾਂ ਕਿ ਮੇਰੇ ਹਰ ਕਰਮ ਦੀ ਮਸ਼ਹੂਰੀ ਹੋਵੇ, ਹਰ ਗੱਲ ਦੀ ਮਸ਼ਹੂਰੀ ਹੋਵੇ, ਹਰ ਗੱਲ ਜਾਣਨ, ਹਰ ਗੱਲ ਦੇ ਬਾਰੇ ਪਤਾ ਲੱਗੇ। ਮੇਰੇ ਆਏ ਹੋਏ ਦਾ ਜੇ ਲਾਗਿਆ ਬੰਨਿਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਤਾਂ ਮੇਰੇ ਗੁਰਦੁਆਰੇ ਆਉਣ ਦਾ ਕੀ ਫਾਇਦਾ ਹੋ ਗਿਆ? ਮੈਨੂੰ ਲੱਗਦਾ ਵੀ ਮੈਨੂੰ ਆਪਣੀ ਮਸ਼ਹੂਰੀ ਆਪ ਕਰਨੀ ਪੈਣੀ ਹੈ। ਮੈਨੂੰ ਲੱਗਦਾ ਵੀ ਮੈਨੂੰ ਆਪਣੇ ਬਾਰੇ ਆਪ ਦੱਸਣਾ ਪੈਣਾ ਹੈ। ਰੱਬ ਨੂੰ ਮੈਂ ਚੰਗਾ ਲੱਗਦਾ ਹਾਂ ਕਿ ਨਹੀਂ ਚੰਗਾ ਲੱਗਦਾ, ਉਹ ਤੇ ਚੈਪਟਰ ਹੀ ਕਲੋਜ਼ ਹੋਇਆ ਪਿਆ ਨਾ ਮੇਰਾ। ਮੈਂ ਤਾਂ ਇਹ ਵੇਖਣਾ ਹੈ ਵੀ ਦੁਨੀਆ ਮੇਰੇ ਬਾਰੇ ਕੀ ਕਹਿੰਦੀ ਹੈ। ਔਰ ਮੈਨੂੰ ਮਾफ़ ਕਰਿਓ, ਕਿਸੇ ਵੇਲੇ ਸਾਡਾ ਨਾ ਗੁਰਦੁਆਰੇ ਆਉਣਾ ਵੀ ਲੋਕ ਲਾਜ ਦੇ ਵਿੱਚ ਹੀ ਹੋਇਆ ਹੁੰਦਾ। ਕਿਉਂ? ਵੀ ਇੰਨੇ ਸਾਲ ਹੋ ਗਏ ਆਉਂਦੇ ਰਹੇ ਹਾਂ, ਜੇ ਹੁਣ ਹਟ ਗਏ ਤਾਂ ਲੋਕ ਕੀ ਕਹਿਣਗੇ? ਲੈ ਪਹਿਲਾਂ ਤਾਂ ਭੱਜੇ ਜਾਂਦੇ ਹੁੰਦੇ ਸੀ, ਹੁਣ ਇਹਨਾਂ ਨੂੰ ਕੀ ਹੋ ਗਿਆ? ਹੁਣ ਲੋਕ ਲਾਜ ਹੀ ਗੁਰਦੁਆਰੇ ਲਈ ਆ ਰਹੀ ਹੈ। ਗੁਰਦੁਆਰੇ ਨਾਲ ਕੋਈ ਕਨੈਕਸ਼ਨ ਬਹੁਤਾ ਵਧੀਆ ਬਣਿਆ ਨਹੀਂ ਹੈ। ਮੈਨੂੰ ਮਾफ़ ਕਰਿਓ, ਮੈਂ ਇਹ ਗੱਲ ਕਹਿ ਦੇਵਾਂ। ਦਾਤਾਰ ਕਹਿੰਦੇ ਭਗਤ ਤੈਨੂੰ ਤੇਰੇ ਮਨ ਦੇ ਵਿੱਚ ਚੰਗੇ ਲੱਗਦੇ ਨੇ। ਪਹਿਲੀ ਗੱਲ ਤਾਂ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇੱਥੋਂ ਸਮਝ ਲਵਾਂ ਕਿ ਕਦੀ ਮੈਂ ਵੀ ਇਹੋ ਜਿਹੀ ਹਾਲਤ ਦੇ ਵਿੱਚ ਬੈਠਾ ਹੋਵਾਂਗਾ ਗੁਰਦੁਆਰੇ, ਜਾਂ ਮੈਂ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਦਾਂ ਬੈਠਾ ਵੀ ਜਦੋਂ ਰੱਬ ਮੈਨੂੰ ਮਾਣ ਦੇ ਨਾਲ ਕਹੇ ਵੀ ਤੂੰ ਮੈਨੂੰ ਚੰਗਾ ਲੱਗਦਾ। ਇਹਨੂੰ ਕਿਤੇ ਸਮਝ ਕੇ ਵੇਖਿਓ ਵੀ ਰੱਬ ਕਹਿ ਰਿਹਾ ਹੋਵੇ ਵੀ ਹਾਂ ਆਹ ਬੰਦਾ ਜਿਹੜਾ ਨਾ, ਆਹ ਭਗਤ ਜਿਹੜਾ ਹੈ ਇਹ ਮੈਨੂੰ ਬੜਾ ਚੰਗਾ ਲੱਗਦਾ ਹੈ। ਔਰ ਉਦਾਹਰਣ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਚੰਗੇ ਇਸ ਕਰਕੇ ਲੱਗਦੇ ਨੇ, ਕਿਉਂ? ਦਰ ਸੋਹਣ ਕੀਰਤ ਗਾਵਦੇ, ਕਿਉਂਕਿ ਤੇਰੇ ਦਰ ਦੇ ਉੱਤੇ ਤੇਰੀ ਕੀਰਤੀ ਗਾਉਂਦੇ ਨੇ, ਇਸ ਕਰਕੇ ਸੋਹਣੇ ਲੱਗਦੇ ਨੇ। ਉਹ ਬੰਦਿਆਂ ਨੂੰ ਵਿਖਾਉਣ ਦੇ ਲਈ ਨਹੀਂ ਗਾਉਂਦੇ, ਬੰਦਿਆਂ ਦੀ ਤਾਰੀਫ ਲਈ ਨਹੀਂ ਗਾਉਂਦੇ। ਲੋਕ ਲਾਜ ਵਾਲਾ ਪਾਸਾ ਉਹਨਾਂ ਦਾ ਖਤਮ ਹੋ ਚੁੱਕਾ ਹੈ। ਉਹ ਇਸ ਕਰਕੇ ਨਹੀਂ ਧਾਰਮਿਕ ਜ਼ਿੰਦਗੀ ਜੀ ਰਹੇ ਵੀ ਲੋਕ ਕੀ ਕਹਿਣਗੇ। ਉਹ ਇਸ ਕਰਕੇ ਜੀ ਰਹੇ ਨੇ ਪਿੰਡ ਦਾ ਸੰਬੰਧ ਹੀ ਰੱਬ ਦੇ ਨਾਲ ਬਣਿਆ ਹੈ, ਕਿਸੇ ਵਿਚਲੇ ਦੇ ਨਾਲ ਸੰਬੰਧ ਹੀ ਖਤਮ ਹੋ ਗਿਆ ਹੈ। ਆਪਾਂ ਇੱਕ ਸ਼ਬਦ ਪੜ੍ਹ ਲਈਏ, ਆਪ ਜੀ ਨੂੰ ਯਾਦ ਹੈ ਲਗਭਗ ਸਾਰਿਆਂ ਨੂੰ। ਦਾਤਾਰ ਕਹਿੰਦੇ
ਵੀ ਇਹ ਵਾਹਿਗੁਰੂ ਭਗਤ ਨਾ ਤੈਨੂੰ ਚੰਗੇ ਲੱਗਦੇ ਨੇ, ਤੇ ਕਿੰਨੇ ਕੁ ਚੰਗੇ ਲੱਗਦੇ ਨੇ। ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਉਦਾਹਰਨ ਦਿੱਤੀ ਹੈ ਵੀ ਇੰਨੇ ਕੁ ਚੰਗੇ ਤੇ ਲੱਗਦੇ ਨੇ ਵੀ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਸਥਾਨਾਂ 'ਤੇ ਬੈਠੇ ਹੋਏ ਲੋਕ, ਮੇਰੇ ਵਰਗੇ ਬਾਹਰ ਦੀਆਂ ਦੁਨੀਆਂ ਦੇ ਵਿੱਚ ਤੁਰੇ ਫਿਰਦੇ ਲੋਕ, ਜਿਹੜੇ ਆਪਣੇ ਆਪ ਨੂੰ ਕੁਝ ਸਮਝਦੇ ਨੇ ਵੀ ਅਸੀਂ ਹਾਂ, ਤੇ ਜਿਹੜੇ ਰੱਬ ਦੇ ਪਿਆਰਿਆਂ ਨੂੰ ਜਾਂ ਭਗਤਾਂ ਨੂੰ ਐਵੇਂ ਲਫ਼ਜ਼ ਵਰਤਾਂਗਾ ਵੀ ਸੋਚਦੇ ਨੇ ਵੀ ਇਹ ਤੇ ਐਵੇਂ ਦੁਨੀਆ ਦੇ ਵਿੱਚ ਕਮਲੇ ਤੁਰੇ ਫਿਰਦੇ ਨੇ। ਮਹਾਰਾਜ ਕਹਿੰਦੇ ਨੇ ਇੰਨਾ ਕੁ ਤੇ ਰੱਬ ਨੂੰ ਉਹ ਚੰਗੇ ਲੱਗਦੇ ਨੇ ਵੀ ਰੱਬ ਬੜੀ ਕਿਰਪਾ ਕਰਦਾ ਹੈ, ਹਰ ਵਾਰ ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ। ਤੇ ਆ ਜਿਹੜੇ ਹੰਕਾਰੀ ਹੋ ਕੇ ਤੁਰੇ ਫਿਰਦੇ ਨੇ, ਇਹਨਾਂ ਨੂੰ ਰੱਬ ਆਪਣੀ ਪਿੱਠ ਵਿਖਾ ਕੇ ਰੱਖ ਦਿੰਦਾ ਹੈ। ਔਰ ਇੱਕ ਵਾਰ ਨਹੀਂ, ਸਤਿਗੁਰੂ ਜੀ ਦਾ ਬਾਣੀ ਦਾ ਬਚਨ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਣਾਕਸ਼ ਮਾਰ ਪਚਾਇਆ। ਮਹਾਰਾਜ ਇੱਕ ਵਾਰ ਨਹੀਂ ਵੀ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਪਿਆ ਹੈ, ਹਾਥ ਦੇ ਰਾਖੈ ਆਪਣੇ ਕੋ। ਉੱਥੇ ਸ਼ਬਦ ਵੇਖੋ ਤੁਸੀਂ, ਸਾਸ ਸਾਸ ਪ੍ਰਤਪਾਲੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਣਾਕਸ਼ ਮਾਰ ਪਚਾਇਆ। ਸਤਿਗੁਰੂ ਕਹਿੰਦੇ ਨੇ ਪ੍ਰਹਿਲਾਦ ਵਰਗੇ ਤੂੰ ਕਿੰਨੇ ਹੀ ਰੱਖ ਲਏ। ਸਾਡੇ ਕੋਲ ਤੇ ਇੱਕ ਪ੍ਰਹਿਲਾਦ ਦੀ ਉਦਾਹਰਣ ਹੈ ਵੀ ਇੱਕ ਪ੍ਰਹਿਲਾਦ ਦੀ ਗੱਲ ਪੜ੍ਹ ਲਈ ਵੀ ਹਰਣਾਕਸ਼ ਦੇ ਨਾਲ ਉਹਦੀ ਗੱਲਬਾਤ ਹੋ ਰਹੀ ਹੈ। ਮਹਾਰਾਜ ਕਹਿੰਦੇ ਨਹੀਂ, ਪ੍ਰਹਿਲਾਦ ਵਰਗੇ ਤੂੰ ਕਿੰਨੇ ਹੀ ਹੋਰ ਰੱਖ ਲਏ ਨੇ। ਕਿਉਂ? ਹਰਣਾਕਸ਼ ਮਾਰ ਪਚਾਇਆ। ਤੇ ਇੱਕ ਸ਼ਬਦ ਅਸੀਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਜਿਹੜਾ ਉਦਾਹਰਣ ਲੈਂਦੇ ਹਾਂ, ਇਹਨਾਂ ਪਿਆਰ ਦੇ ਨਾਲ ਪੜ੍ਹੇ ਜਾਣ ਵਾਲੇ ਬੋਲ ਨੇ। ਆ ਬਾਕੀ ਤੇ ਸਾਰਾ ਕੁਝ ਖਤਮ ਹੋ ਜਾਵੇਗਾ। ਅੱਜ ਜੋ ਕੁਝ ਅਸੀਂ ਬੈਠੇ ਹਾਂ, ਬਾਬਾ ਫਰੀਦ ਕਹਿੰਦੇ ਕੋਈ ਝੂਠ ਥੋੜ੍ਹਾ ਹੈ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਤੁਹਾਡੇ ਵਹਿੰਦਿਆਂ ਵਹਿੰਦਿਆਂ ਵੇਖੋ ਨਾ ਕਿੰਨੀ ਸੰਗਤ ਨਵੀਂ ਆ ਕੇ ਬੈਠਣੇ ਸ਼ੁਰੂ ਹੋ ਜਾਂਦੀ ਹੈ, ਪੁਰਾਣੇ ਬੰਦੇ ਲੱਭਦੇ ਨਹੀਂ ਕਿੱਥੇ ਚਲੇ ਜਾਂਦੇ। ਮੈਂ ਅੱਜ ਇੱਥੇ ਬੈਠਾ ਹਾਂ, ਕੱਲ੍ਹ ਨੂੰ ਪਤਾ ਨਹੀਂ ਇੱਥੇ ਹੋਣਾ ਕਿ ਨਹੀਂ, ਕਿਉਂਕਿ ਪਹਿਲਾਂ ਥੋੜ੍ਹਾ ਇੱਥੇ ਸੀ ਅਸੀਂ। ਇਸ ਕਰਕੇ ਦਾਤਾਰ ਕਹਿੰਦੇ ਆਹ ਜਿਹੜਾ ਅਸੀਂ ਦੁਨੀਆਦਾਰੀ ਵਾਲਾ ਚੱਕਰ ਚਲਾਉਂਦੇ ਆ ਨਾ, ਵੀ ਉਹਦੇ ਨਾਲ ਵੀ ਗੱਲ ਕਰਾਵਾਂ, ਉਹਦੇ ਨਾਲ ਵੀ ਮਿਲਾਵਾਂ, ਨਾਲੇ ਬਹਾਨੇ ਨਾਲ ਗੁਰਦੁਆਰੇ ਮੱਥਾ ਟੇਕਿਆ ਜਾਵੇਗਾ, ਇਹ ਕੁਝ ਵੀ ਨਹੀਂ ਹੈ। ਇਹ ਮੈਂ ਸਿੱਧੇ ਸਿੱਧੇ ਸ਼ਬਦ ਵਰਤਦਾ ਹੁੰਦਾ ਕਿ ਇਹ ਬੇਕਾਰ ਗੱਲਾਂ ਨੇ। ਇਹ ਘਰ ਵੀ ਹੋ ਸਕਦੀਆਂ ਸੀ, ਇਹ ਕਿਤੇ ਨਹੀਂ ਸੀ, ਜ਼ਰੂਰੀ ਨਹੀਂ ਹੈ ਵੀ ਇਹ ਗੁਰਦੁਆਰੇ ਹੀ ਹੋਣੀਆਂ ਨੇ। ਪਰ ਅਸੀਂ ਕੀ ਕੀਤਾ, ਅਸੀਂ ਉਹਦੀ ਭਗਤੀ ਵਾਲੇ ਪਾਸੇ ਨਹੀਂ ਚੱਲਦੇ। ਭਗਤੀ ਵਾਲੇ ਪਾਸੇ ਵੀ ਚੱਲ ਚੱਲ ਕੇ ਅਸੀਂ ਦੁਨੀਆ 'ਚ ਹੀ ਫਸ ਜਾਂਦੇ ਹਾਂ ਵੀ ਦੁਨੀਆ ਫਿਰ ਦਿਮਾਗ ਦੇ ਵਿੱਚੋਂ ਹੀ ਨਹੀਂ ਨਿਕਲਦੀ। ਮਹਾਰਾਜ ਕੀ ਕਹਿੰਦੇ ਨੇ, ਵਾਹਿਗੁਰੂ ਤੈਨੂੰ ਤੇਰੇ ਭਗਤ ਬੜੇ ਚੰਗੇ ਲੱਗਦੇ ਨੇ। ਤੇ ਮਹਾਰਾਜ ਕਿੰਨੇ ਕੁ ਚੰਗੇ ਲੱਗਦੇ ਨੇ। ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਮਹਾਰਾਜ ਕਹਿੰਦੇ ਹਰ ਯੁੱਗ ਦੇ ਵਿੱਚ ਭਗਤ ਪੈਦਾ ਕਰਦਾ, ਹਰ ਸਮੇਂ ਦੇ ਵਿੱਚ ਭਗਤ ਪੈਦਾ ਕਰਦਾ। ਪਰ ਕਿੱਦਾਂ ਕਰਦਾ ਹੈ? ਨਾਲ ਹੀ ਪੈਜ ਰੱਖਦਾ ਆਇਆ ਰਾਮ ਰਾਜੇ। ਉਹਨਾਂ ਦੀ ਇੱਜ਼ਤ ਵੀ ਉਹ ਰੱਖਦਾ ਹੈ। ਕਿਉਂ? ਕਿਉਂਕਿ ਦੇ ਮਨ ਨੂੰ ਚੰਗੇ ਲੱਗਦੇ ਨੇ, ਉਹਨਾਂ ਦੀ ਲਾਜ ਰੱਖ ਲੈਂਦਾ ਹੈ। ਪੈਜ ਰੱਖਦਾ ਆਇਆ ਰਾਮ ਰਾਜੇ, ਹਰਣਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਕਿ ਰੱਬ ਨੇ ਹਰਣਾਕਸ਼ ਨਹੀਂ ਸੀ ਪੈਦਾ ਕੀਤਾ? ਹਰਣਾਕਸ਼ ਕਿਤੋਂ ਬਾਹਰੋਂ ਪੈਦਾ ਹੋ ਗਿਆ ਸੀ, ਉਹ ਵੀ ਰੱਬ ਨੇ ਪੈਦਾ ਕੀਤਾ ਸੀ। ਪਰ ਫਿਰ ਵੀ ਹਰਣਾਕਸ਼ ਨੂੰ ਖਤਮ ਕਰਕੇ ਤੇ ਰੱਬ ਪ੍ਰਹਿਲਾਦ ਨੂੰ ਬਚਾ ਲੈਂਦਾ ਹੈ। ਕਿਉਂ ਬਚਾ ਲੈਂਦਾ ਹੈ? ਕਿਉਂਕਿ ਪ੍ਰਹਿਲਾਦ ਰੱਬ ਦਾ ਪਿਆਰਾ ਹੈ। ਫਰਕ ਸਿਰਫ ਇੰਨਾ ਕੁ ਹੈ, ਸਾਰੇ ਹੀ ਉਹਨੇ ਪੈਦਾ ਕੀਤੇ ਨੇ, ਪਰ ਜਿਹੜੇ ਪਿਆਰੇ ਨੇ ਉਹ ਉਹਨੂੰ ਚੰਗੇ ਲੱਗਦੇ ਪਏ ਨੇ। ਹਰਣਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਗਲੀ ਪੰਕਤੀ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਮੈਂ ਕਿਸੇ ਨਾਲ ਗੱਲ ਕਰਨ ਜਾਵਾਂ ਤੇ ਅਗਲਾ ਮੇਰੇ ਵੱਲ ਪਿੱਠ ਕਰ ਲਵੇ, ਸਾਨੂੰ ਪਤਾ ਨਾ ਇਹਦਾ ਅਰਥ ਕੀ ਹੁੰਦਾ। ਤੁਸੀਂ ਕਿਸੇ ਨਾਲ ਗੱਲ ਕਰਨ ਜਾਓ ਤੇ ਅਗਲਾ ਤੁਹਾਡੀ ਗੱਲ ਨਾ ਸੁਣੇ, ਤੁਹਾਡੀ ਗੱਲ ਸੁਣਦਾ ਸੁਣਦਾ ਮੂੰਹ ਘੁਮਾ ਲੇ, ਤੇ ਕੀ ਰਿਜ਼ਲਟ ਨਿਕਲਦਾ ਇੱਥੋਂ ਸਾਨੂੰ ਕੀ ਪਤਾ ਲੱਗਦਾ ਵੀ ਇਹ ਮੇਰੀ ਗੱਲ ਨਹੀਂ ਸੁਣਨਾ ਚਾਹੁੰਦਾ। ਤਾਂ ਮਹਾਰਾਜ ਕੀ ਕਹਿੰਦੇ ਨੇ, ਰੱਬ ਨੇ ਉਹਨਾਂ ਹੰਕਾਰੀਆਂ ਨੂੰ, ਉਹਨਾਂ ਨਿੰਦਕਾਂ ਨੂੰ ਪਿੱਠ ਦੇ ਦਿੱਤੀ। ਪਤਾ ਕਿੰਨਾਂ ਨੂੰ? ਜਿਨ੍ਹਾਂ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਸੀ ਮੰਦਰਾਂ ਦੇ ਵਿੱਚ ਬੈਠਿਆਂ ਹੋਇਆਂ ਨੂੰ, ਤੇ ਇਹ ਕਹਿੰਦੇ ਸੀ ਵੀ ਭਗਤ ਨਾਮਦੇਵ ਨੂੰ ਅੰਦਰ ਨਹੀਂ ਆਉਣ ਦੇਣਾ, ਇਹ ਆ ਗਿਆ ਤੇ ਇਹਨੂੰ ਬਾਹਰ ਕੱਢੋ। ਮਹਾਰਾਜ ਕਹਿੰਦੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਮੇਰੇ ਵਰਗੇ ਨੂੰ ਇੰਝ ਲੱਗਣ ਲੱਗ ਪਵੇ ਨਾ ਵੀ ਮੈਂ ਤੇ ਗੁਰਦੁਆਰੇ ਰਹਿੰਦਾ ਹਾਂ ਤੇ ਰੱਬ ਤੇ ਮੇਰਾ ਸਕਾ ਹੋ ਗਿਆ। ਮਹਾਰਾਜ ਕਹਿੰਦੇ ਉਹ ਕਿਸੇ ਦਾ ਸਕਾ ਨਹੀਂ ਹੈ, ਉਹ ਆਪਣੇ ਭਗਤਾਂ ਦਾ ਹੀ ਹੈ ਬਸ। ਉਹ ਹੋ ਸਕਦਾ ਇੱਥੇ ਰਹਿਣ ਵਾਲਿਆਂ ਨੂੰ ਪਿੱਠ ਦੇ ਕੇ ਬੈਠਾ ਹੋਵੇ ਵੀ ਤੁਸੀਂ ਕੀ ਕਰੀ ਜਾਂਦੇ ਜੀ ਜ਼ਿੰਦਗੀ ਦੇ ਵਿੱਚ। ਪਿੱਠ ਦੇਤੀ ਉਹਨੇ। ਆ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਉਹ ਇੱਕ ਨਿਮਾਣੇ ਜੇ ਨਾਮਦੇਵ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ
ਵੀ ਜਿਹਨੂੰ ਅਸੀਂ ਧੱਕੇ ਮਾਰ ਮਾਰ ਕੇ ਕਿਤੇ ਬਾਹਰ ਕੱਢ ਦਈਏ ਨਾ ਵੀ ਇਹਦੇ ਪੱਲੇ ਕੁਝ ਨਹੀਂ, ਰੱਬ ਉਹਦੇ ਲਾਗੇ ਜਾ ਕੇ ਬੈਠ ਜਾਵੇ, ਉਹਦੇ ਨਾਲ ਮਿਲ ਲਵੇ, ਉਹਦੇ ਨਾਲ ਗੱਲਾਂ ਕਰ ਲਵੇ, ਅਤੇ ਅਸੀਂ ਆਪਣੇ ਹੰਕਾਰ ਦੇ ਵਿੱਚ ਤੁਰੇ ਫਿਰੀਏ ਅਤੇ ਸਾਨੂੰ ਪਿੱਠ ਦੇ ਕੇ ਬੈਠਾ ਹੋਵੇ। ਇਹ ਬੜੀ ਵਾਰ ਗੁਰਬਾਣੀ ਦੇ ਵਿੱਚ ਇਹ ਹਵਾਲਾ ਆਉਂਦਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਤਿਗੁਰੂ ਕਹਿੰਦੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਇੱਥੇ ਸ਼ਬਦ ਪੜ੍ਹਦੇ ਪਏ ਹਾਂ, ਭਗਤ ਤੇਰਾ ਮਨ ਭਾਵਦੇ, ਇਹ ਵਾਹਿਗੁਰੂ ਤੈਨੂੰ ਚੰਗੇ ਲੱਗਦੇ ਨੇ। ਤੁਸੀਂ ਦੇਖ ਲੈਣਾ ਬੜੀ ਦੁਨੀਆ ਤੁਰੀ ਫਿਰਦੀ ਹੈ ਨਾ, ਇੱਥੇ ਆਪਾਂ ਜਿੰਨੇ ਬੈਠੇ ਹੀ ਗੱਲ ਕਰ ਲਈਏ, ਚਲੋ ਕਿਉਂਕਿ ਮੇਰਾ ਤਾਂ ਪਾਸਾ ਥੋੜ੍ਹਾ ਜਿਹਾ ਵੱਖਰਾ ਹੈ, ਸਾਡੀਆਂ ਤਾਂ ਡਿਊਟੀਆਂ ਵਾਲਾ ਪਾਸਾ ਵੀ ਆ ਜਾਂਦਾ, ਪਰ ਤੁਹਾਡੇ ਵਿੱਚ ਹੋ ਸਕਦਾ ਕੋਈ ਇੱਕ ਦੂਸਰੇ ਦਾ ਰਿਸ਼ਤੇਦਾਰ ਬੈਠਾ ਹੋਵੇ, ਇੱਕ ਦੂਸਰੇ ਦਾ ਜਾਣਕਾਰ ਬੈਠਾ ਹੋਵੇ, ਜਾਂ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਸਾਡੇ ਸਾਰੇ ਰਿਸ਼ਤੇਦਾਰ ਹੁੰਦੇ ਨੇ, ਪਰ ਕੁਝ ਰਿਸ਼ਤੇਦਾਰੀ ਸਾਨੂੰ ਕਿਉਂ ਚੰਗੇ ਲੱਗਦੇ ਨੇ। ਸਾਰੇ ਤਾਂ ਇੱਦਾਂ ਤਾਂ ਹੋ ਨਹੀਂ ਸਕਦਾ ਵੀ ਅਸੀਂ ਰੱਬ ਬਣੇ ਬੈਠੇ ਹਾਂ ਵੀ ਸਾਨੂੰ ਸਾਰੇ ਬਰਾਬਰ ਲੱਗੀ ਜਾਂਦੇ ਨੇ, ਨਹੀਂ ਲੱਗਦੇ ਸਾਰੇ ਬਰਾਬਰ। ਘਰ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਵੀ ਸਾਡੇ ਰਿਸ਼ਤੇਦਾਰ ਜਿਹੜੇ ਨੇ ਨਾ ਸਾਨੂੰ ਬਰਾਬਰ ਵੰਡੇ ਹੋਏ ਨੇ ਵੀ ਆਹ ਤਾਂ ਬਹੁਤ ਚੰਗਾ ਹੈ ਰਿਸ਼ਤੇਦਾਰ, ਅਤੇ ਆਹ ਤਾਂ ਨਿਕੰਮਾ ਹੀ ਹੈ, ਭਾਵੇਂ ਨਾ ਵੀ ਕਦੀ ਬੋਲੇ ਤਾਂ ਕੋਈ ਚੱਕਰ ਨਹੀਂ, ਆਪਣਾ ਵਧੀਆ ਸਰੀ ਜਾਂਦਾ। ਇਹਦਾ ਮਤਲਬ ਵੀ ਜਿਹੜੇ ਪਿਆਰੇ ਲੱਗਦੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਲੈਂਦੇ ਹਾਂ, ਜਿਹੜੇ ਨਹੀਂ ਪਿਆਰੇ ਲੱਗਦੇ ਉਹ ਆਪਣੇ ਘਰ, ਅਸੀਂ ਆਪਣੇ ਘਰ। ਮਹਾਰਾਜ ਕਹਿੰਦੇ ਆਹ ਹਾਲ ਹੈ ਬਸ। ਭਗਤ ਤੇਰਾ ਮਨ ਭਾਵਦੇ, ਤੈਨੂੰ ਭਗਤ ਚੰਗੇ ਲੱਗਦੇ ਨੇ, ਤੂੰ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰ ਰਹਿਣਾ, ਬਾਕੀ ਦੁਨੀਆ ਤੁਰੀ ਫਿਰਦੀ ਹੈ, ਤੁਰਦੀ ਫਿਰਦੀ ਰਹੇ, ਕੀ ਫਰਕ ਪੈਂਦਾ। ਕਿਉਂ ਚੰਗੇ ਲੱਗਦੇ ਨੇ? ਸਤਿਗੁਰੂ ਕਹਿੰਦੇ ਦਰ ਸੋਹਣ ਕੀਰਤ ਗਾਵੰਦੇ, ਕੀਰਤੀ ਗਾਉਂਦੇ ਨੇ ਤੇਰੀ, ਤੇਰੀ ਸੋਭਾ ਗਾਉਂਦੇ ਨੇ। ਉਹ ਇਹ ਨਹੀਂ ਰੱਬ ਸੋਭਾ ਦਾ ਭੁੱਖਾ ਹੈ, ਪਰ ਉਹਨਾਂ ਨੇ ਲੋਕ ਲਾਜ ਨੂੰ ਗਾਉਣਾ ਛੱਡ ਦਿੱਤਾ ਤਾਂ ਸਿਰਫ ਰੱਬ ਨੂੰ ਗਾ ਰਹੇ ਨੇ। ਜਿੱਦਣ ਮੈਂ ਗੁਰਦੁਆਰੇ ਬੈਠ ਕੇ ਜਾਂ ਕਿਸੇ ਵੀ ਥਾਂ ਦੇ ਉੱਤੇ ਬੈਠ ਕੇ ਸਿਰਫ ਅਤੇ ਸਿਰਫ ਰੱਬ ਨੂੰ ਗਾਵਾਂਗਾ ਨਾ, ਉਦਣ ਆਪਣੇ ਆਪ ਹੀ ਮੇਰੀ ਬੰਦਗੀ ਵਾਲਾ ਇੱਕ ਪਾਸਾ ਵੱਡਾ ਹੋ ਜਾਵੇਗਾ। ਮੇਰੀ ਪ੍ਰੋਬਲਮ ਇਹ ਹੈ, ਮੈਨੂੰ ਮਾफ़ ਕਰਿਓ, ਪਤਾ ਨਹੀਂ ਸਾਨੂੰ ਸਮਝ ਲੱਗਦੀ ਹੈ ਇਸ ਚੀਜ਼ ਦੀ ਕਿ ਨਹੀਂ ਸਮਝ ਲੱਗਦੀ। ਤੁਸੀਂ ਸਾਰੇ ਮੇਰੇ ਨਾਲੋਂ ਉੱਤੇ ਜੇ, ਸਾਰੇ ਮੇਰੇ ਨਾਲੋਂ ਚੰਗੇ ਜੇ, ਪਰ ਅਸਲ ਦੇ ਵਿੱਚ ਸਾਡਾ ਬਹੁਤਾ ਕੁਝ ਲੋਕ ਲਾਜ ਦੇ ਵਿੱਚ ਹੀ ਬਣ ਕੇ ਰਹਿ ਜਾਂਦਾ ਜੀ। ਮੇਰਾ ਪਹਿਰਾਵਾ ਲੋਕ ਲਾਜ, ਮੇਰੀ ਪੱਗ ਲੋਕ ਲਾਜ, ਮੇਰਾ ਤੁਰਨਾ ਫਿਰਨਾ ਲੋਕ ਲਾਜ, ਮੇਰਾ ਬੋਲਣਾ ਲੋਕ ਲਾਜ, ਮੇਰੇ ਪਾਠ ਲੋਕ ਲਾਜ, ਬਸ ਲੋਕਾਂ ਦੇ ਪ੍ਰਤੀ ਹੀ ਹੋ ਰਿਹਾ ਹੈ ਅਤੇ ਲੋਕਾਂ ਦੇ ਲਈ ਹੀ ਹੋ ਰਿਹਾ। ਧਰਮ ਮੇਰਾ ਅਤੇ ਰੱਬ ਦੇ ਨਾਲ ਸੰਬੰਧ ਕਿੱਥੇ ਬਣਾ ਰਿਹਾ? ਤੁਸੀਂ ਧਿਆਨ ਦੇ ਨਾਲ ਆਪਣੇ ਅੰਦਰ ਅੰਦਰ ਝਾਤੀ ਮਾਰ ਕੇ ਵੇਖਣਾ ਵੀ ਤੁਹਾਡਾ ਰੱਬ ਦੇ ਨਾਲ ਸੰਬੰਧ ਕਿੰਨਾ ਕੁ ਬਣ ਗਿਆ ਹੈ। ਜੇ 20-25 ਸਾਲਾਂ ਤੋਂ ਗੁਰਦੁਆਰੇ ਨਾਲ ਜੁੜੇ ਹੋਏ ਹਾਂ, ਅਤੇ ਕਿੰਨਾ ਕੁ ਸੰਬੰਧ ਬਣ ਗਿਆ, ਸੋਚ ਕੇ ਵੇਖਣਾ ਇਸ ਗੱਲ ਨੂੰ। ਦਾਤਾਰ ਕਹਿੰਦੇ ਨੇ ਵਾਹਿਗੁਰੂ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਨੇ। ਕਿਉਂ ਚੰਗੇ ਲੱਗਦੇ ਨੇ? ਦਰ ਸੋਹਣ ਕੀਰਤ ਗਾਵੰਦੇ, ਕਿਉਂਕਿ ਤੇਰੇ ਦਰ ਦੇ ਉੱਤੇ ਬੈਠ ਕੇ ਤੇਰੀ ਕੀਰਤੀ ਗਾਉਂਦੇ ਨੇ। ਅਤੇ ਮੈਂ ਇੱਥੋਂ ਤੱਕ ਕਹਿ ਦੇਵਾਂ, ਤੁਹਾਡੇ ਵੀ ਕਈਆਂ ਦੇ ਬੱਚੇ ਕੀਰਤਨ ਕਰਦੇ ਨੇ, ਕੀਰਤਨ ਵਾਲੀ ਬੱਚੀ ਵਿੱਚ ਬੈਠੀ ਹੋਈ ਹੈ। ਰੱਬ ਦੀ ਬਖਸ਼ਿਸ਼ ਦੇ ਨਾਲ ਅਸੀਂ ਵੀ ਕੀਰਤਨ ਕਥਾ ਕਰਦੇ ਹਾਂ, ਜੋ ਵੀ ਕਰ ਲੈਂਦੇ ਹਾਂ। ਜਦੋਂ ਵੀ ਕੋਈ ਕੀਰਤਨ ਹੁੰਦਾ ਹੈ, ਕੀਰਤਨ ਕਿਸੇ ਬੰਦੇ ਦੀ ਖੁਸ਼ਾਮਦ ਲਈ ਨਹੀਂ ਹੁੰਦਾ। ਕੀਰਤਨ ਹੁੰਦਾ ਹੈ ਰੱਬ ਦੇ ਲਈ, ਅਤੇ ਕੀਰਤਨ ਹੁੰਦਾ ਹੈ ਆਪਣੇ ਲਈ। ਜਿੱਥੋਂ ਤੱਕ ਮੈਂ ਇਸ ਚੀਜ਼ ਨੂੰ ਸਮਝਿਆ ਹੈ, ਅੱਗੇ ਪਤਾ ਨਹੀਂ ਰੱਬ ਕੀ ਖੇਡ ਵਰਤਾ ਦੇਵੇ। ਜਿਹੜਾ ਬੰਦਾ ਇਹ ਸੋਚ ਕੇ ਕੀਰਤਨ ਕਰਦਾ ਹੈ ਵੀ ਲੋਕ ਮੇਰੇ ਕੀਰਤਨ ਤੋਂ ਖੁਸ਼ ਹੋਣ, ਉਹਦੀ ਸੋਚ ਫਿਰ ਲੋਕਾਂ ਤੱਕ ਹੀ ਹੈ। ਇਹ ਕੰਮ ਤਾਂ ਗਾਉਣ ਵਾਲੇ ਵੀ ਕਰੀ ਜਾਂਦੇ ਨੇ ਵੀ ਜੋ ਲੋਕ ਸੁਣਨਾ ਚਾਹੁੰਦੇ ਨੇ ਮੈਂ ਸੁਣਾ ਦਿੱਤਾ, ਗੱਲ ਖਤਮ ਹੋ ਗਈ। ਠੀਕ ਹੈ, ਸੰਗਤ ਦਾ ਧਿਆਨ ਕੀਰਤਨ ਦੇ ਵਿੱਚ ਰਹਿਣਾ ਚਾਹੀਦਾ ਹੈ, ਇੰਨੀ ਮਿਹਨਤ ਉਹਦੀ ਹੋਵੇ, ਪਰ ਉਹਦਾ ਆਪਣਾ ਕੀਰਤਨ ਇੱਦਾਂ ਦਾ ਹੋਣਾ ਚਾਹੀਦਾ ਹੈ, ਉਹਨੂੰ ਮਤਲਬ ਨਹੀਂ ਹੈ ਕਿਸੇ ਹੋਰ ਦੇ ਨਾਲ। ਉਹ ਰੱਬ ਲਈ ਕੀਰਤਨ ਕਰਦਾ ਪਿਆ ਹੈ ਅਤੇ ਆਪਣੇ ਲਈ ਕੀਰਤਨ ਕਰਦਾ ਪਿਆ, ਔਰ ਇੱਦਾਂ ਦੇ ਕੀਰਤਨੀਏ ਹੈ ਨੇ। ਇਹੋ ਜਿਹੇ ਕੀਰਤਨਕਾਰ, ਇਹੋ ਜਿਹੀ ਰੱਬ ਦੀ ਬੰਦਗੀ ਵਾਲੇ ਬੰਦੇ ਬਸ ਕੀਰਤਨ ਕਰਨ ਦੇ ਲਈ ਬੈਠ ਗਏ, ਆਪ ਵੀ ਜੁੜੇ ਅਤੇ ਬਾਕੀ ਸੰਗਤ ਨੂੰ ਵੀ ਜੋੜ ਕੇ ਰੱਖ ਦਿੱਤਾ। ਇੱਦਾਂ ਦੇ ਅਤੇ ਇੱਦਾਂ ਦੇ ਵੀ ਹੈ ਨੇ, ਰੱਬ ਦੀ ਬਖਸ਼ਿਸ਼ ਦੇ ਨਾਲ ਸਾਰਾ ਕੀਰਤਨ ਕਰ ਲਿਆ, ਆਪ ਵੀ ਨਹੀਂ ਜੁੜੇ। ਹੁਣ ਦਾ ਕੀਰਤਨ ਸੁਣ ਕੇ ਸੁਣਨ ਵਾਲੇ ਕੀ ਜੁੜ ਜਾਣਗੇ? ਜਿਹੜਾ ਕੀਰਤਨ ਕਰਦਾ ਪਿਆ ਹੈ ਉਹੀ ਖੁਦ ਨਹੀਂ ਜੁੜਦਾ ਪਿਆ। ਉਹਦੀ ਕੀਰਤੀ ਦੇ ਵਿੱਚ ਲੋਕ ਆਈ ਜਾ ਰਹੇ ਨੇ, ਸੁਰਤ ਦੇ ਵਿੱਚ ਲੋਕ ਆਈ ਜਾ ਰਹੇ ਨੇ ਵੀ ਪਤਾ ਨਹੀਂ ਲੋਕ ਕੀ ਸੋਚਣਗੇ, ਕੀ ਲੋਕ ਡਿਮਾਂਡ ਕਰਦੇ ਨੇ, ਅਤੇ ਆਪਾਂ ਉਹ ਗਾਉਣਾ ਹੈ। ਅਤੇ ਬਸ ਫਿਰ ਜਿਹਦੀ ਸੁਰਤ ਦੇ ਵਿੱਚ ਲੋਕ ਫਸੇ ਪਏ ਨੇ, ਰੱਬ ਦੀ ਕੀਰਤੀ ਨਹੀਂ ਕਰ ਸਕਦਾ। ਆਪਾਂ ਇੱਕ ਗੱਲ ਪੜ੍ਹਦੇ ਹੁੰਦੇ ਹਾਂ ਨਾ ਜਨਮ ਸਾਖੀਆਂ ਦੇ ਵਿੱਚੋਂ ਜਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੇ ਵਿੱਚੋਂ, ਵੀ ਮਹਾਰਾਜ ਬਾਬੇ ਮਰਦਾਨੇ ਨੂੰ ਕਹਿੰਦੇ ਵੀ ਭਾਈ ਤੈਨੂੰ ਇੱਕ ਦਾਤ ਦੇ ਦਿੰਦੇ ਹਾਂ, ਕੀਰਤਨ ਦੀ ਦਾਤ, ਪਰ ਤੂੰ ਇੰਝ ਕਰਨਾ ਵੀ ਇਹ ਦਾਤ ਜਿਹੜੀ ਹੈ ਨਾ, ਜਿਹੜਾ ਤੈਨੂੰ ਮੈਂ ਆਪਣਾ ਚੋਲਾ ਦੇ ਰਿਹਾ ਹਾਂ, ਇਹ ਕਿਸੇ ਬੰਦੇ ਦੇ ਅੱਗੇ ਨਹੀਂ ਅੱਡਣਾ, ਕਿਸੇ ਬੰਦੇ ਦੀ ਕੀਰਤੀ ਨਹੀਂ ਕਰਨੀ, ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕਰਨੀ। ਬਸ ਫਿਰ
ਇੱਥੋਂ ਗੱਲ ਸ਼ੁਰੂ ਹੋ ਗਈ। ਸਾਡਾ ਕੀਰਤਨ ਹੀ ਇਹ ਹੈ। ਜਿੰਨਾ ਬੰਦਾ ਆਪਣੇ ਅਤੇ ਗੁਰੂ ਦੇ ਸੰਬੰਧ ਦੇ ਨਾਲ ਬੈਠ ਕੇ ਕੀਰਤਨ ਕਰਦਾ ਪਿਆ ਹੈ, ਕਥਾ ਦੇ ਵਿੱਚ ਗੱਲਾਂ ਹੋਰ ਹੋ ਜਾਂਦੀਆਂ ਨੇ, ਕਿਉਂਕਿ ਕਥਾ ਦੇ ਵਿੱਚ ਸਾਡੀ ਬੜੀ ਅਕਲ ਦੀਆਂ ਗੱਲਾਂ ਆਉਂਦੀਆਂ ਨੇ। ਅਸੀਂ ਬੜੀ ਅਕਲ ਵਾੜਦੇ ਹਾਂ ਕਥਾ ਦੇ ਵਿੱਚ, ਕੀਰਤਨ 'ਚ ਅਕਲ ਨਹੀਂ ਵਾੜ ਸਕਦੇ। ਜੋ ਲਿਖਿਆ ਹੈ ਉਹੀ ਗਾਵਾਂਗੇ, ਆਪਣੇ ਕੋਲੋਂ ਕੀ ਬਣਾ ਕੇ ਗਾ ਲਵਾਂਗੇ। ਕਥਾ ਦੇ ਤਾਂ ਮੈਂ ਕੁਝ ਅਰਥ ਕਰ ਸਕਦਾ ਹਾਂ, ਬੜੇ ਅਰਥ ਨੇ, ਇੱਕੋ ਹੀ ਪੰਕਤੀ ਦੇ 4-4 5-5 ਅਰਥ ਵੀ ਪਏ ਹੋਏ ਨੇ। ਕੀਰਤਨ ਦੇ ਕੀ ਅਰਥ ਕਰ ਲਵੋਗੇ? ਕੀਰਤਨ ਤੇ ਕੀਰਤਨ ਹੀ ਹੈ। ਇਸ ਕਰਕੇ ਬੜੀ ਇੱਕ ਹੁੰਦੀ ਹੈ ਰਾਗ ਵਿੱਦਿਆ ਸਿੱਖਣੀ, ਇੱਕ ਹੁੰਦਾ ਹੈ ਕੀਰਤਨ ਵਿੱਦਿਆ ਸਿੱਖਣੀ। ਰਾਗੀ ਬਹੁਤ ਨੇ, ਪਰ ਸਤਿਗੁਰੂ ਕਹਿੰਦੇ ਨੇ ਜ਼ਰੂਰੀ ਨਾ ਸਮਝ ਲੈਣਾ ਵੀ ਰਾਗਾਂ ਦੇ ਨਾਲ ਗਾਵੋਗੇ ਤੇ ਰੱਬ ਖੁਸ਼ ਹੋ ਜਾਵੇਗਾ। ਰਾਗ ਵਿੱਦਿਆ ਜ਼ਰੂਰੀ ਹੈ ਸਾਡੇ ਲਈ। ਆਪਾਂ ਸ਼ਬਦ ਪੜ੍ਹਦੇ ਹਾਂ, ਆਸਾ ਦੀ ਵਾਰ ਦੇ ਵਿੱਚ ਹੀ ਬਚਨ ਪੜ੍ਹਿਆ ਜਾਂਦਾ ਹੁੰਦਾ ਸੰਤਾਂ ਦੇ ਵਿੱਚ। ਹਜ਼ੂਰ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਮਤਾਂ ਸਮਝ ਲਵਾਂ ਵੀ ਮੈਨੂੰ ਰਾਗ ਵਿੱਦਿਆ ਆ ਗਈ ਹੈ ਅਤੇ ਰੱਬ ਖੁਸ਼ ਹੋ ਗਿਆ। ਮਹਾਰਾਜ ਕਹਿੰਦੇ ਰੱਬ ਨਹੀਂ ਜੇ ਖੁਸ਼ ਹੁੰਦਾ। ਇਸ ਕਰਕੇ ਕੀਰਤੀ ਗਾਉਣੀ। ਕਿੱਦਾਂ ਗਾ ਰਹੇ ਹਾਂ? ਕਿਸੇ ਵੇਲੇ ਕਈ ਰੱਬ ਦੇ ਪਿਆਰੇ ਗੁਰਮੁਖ ਬੰਦੇ ਸੰਗਤ ਦੇ ਵਿੱਚ ਹੀ ਇੱਦਾਂ ਦੇ ਹੁੰਦੇ ਨੇ, ਉਹ ਸ਼ਬਦ ਪੜ੍ਹਦੇ ਨੇ ਅਤੇ ਮੈਂ ਲਫ਼ਜ਼ ਵਰਤਾਂਗਾ, ਮੈਨੂੰ ਮਾफ़ ਕਰਿਓ। ਇਹ ਨਾ ਸਮਝਣਾ ਵੀ ਕੀਰਤਨੀਆਂ ਨੂੰ ਪਿੱਛੇ ਕਹਿ ਰਿਹਾ ਹਾਂ। ਸੰਗਤ ਦੇ ਬੰਦੇ ਕੀਰਤਨ ਸ਼ਬਦ ਪੜ੍ਹਦੇ ਨੇ ਔਰ ਇੱਦਾਂ ਪੜ੍ਹਦੇ ਨੇ ਵੀ ਸ਼ਾਇਦ ਜੇ 40-50 ਮਿੰਟ 60 ਮਿੰਟ ਕੀਰਤਨ ਸੁਣਾਂਗੇ ਅਤੇ ਕਿਸੇ ਪ੍ਰੋਫੈਸ਼ਨਲ ਰਾਗੀ ਦਾ ਓਡਾ ਸੋਹਣਾ ਕੀਰਤਨ ਨਾ ਹੋਵੇ ਜਿੱਡੀ ਸੋਹਣੀ ਗੱਲ ਜਿਹੜਾ ਜਾਂ 5-7 ਮਿੰਟ ਦਾ ਸ਼ਬਦ ਉਹਨਾਂ ਨੇ ਪੜ੍ਹ ਦਿੱਤਾ। ਉਹ ਮੇਰੇ ਨਾਲ ਤਾਂ ਕਈ ਵਾਰ ਇੱਦਾਂ ਹੋਇਆ। ਕਿਉਂਕਿ ਉਹਨਾਂ ਨੇ ਅਸਲ ਦੇ ਵਿੱਚ ਇਸ ਕਰਕੇ ਨਹੀਂ ਗਾਇਆ ਵੀ ਮੇਰੀ ਡਿਊਟੀ ਹੈ ਜਾਂ ਇੱਦਾਂ ਗਾ ਰਹੇ ਨੇ। ਉਹ ਗਾ ਰਹੇ ਨੇ ਬਸ ਰੱਬ ਦੇ ਲਈ। ਔਰ ਸਾਡੀ ਕੌਮ ਦੇ ਵਿੱਚ ਇੱਕ ਰਾਗੀ ਹੋਏ ਨੇ, ਮੈਨੂੰ ਸ਼ਾਇਦ ਉਹਨਾਂ ਦਾ ਨਾਮ ਭਾਈ ਸਮੁੰਦ ਸਿੰਘ ਹੈ, ਸ਼ਾਇਦ, ਯਕੀਨ ਪੂਰਾ ਸ਼ੋਰ ਨਹੀਂ ਹੈ, ਪਰ ਮੈਂ ਜਿਹੜੀ ਗੱਲ ਦੱਸਣ ਲੱਗਾ, ਉਹ ਕਹਿੰਦੇ ਉਹਨਾਂ ਨੇ ਕਿਤੇ ਨਾ ਆਸਾ ਦੀ ਵਾਰ ਦਾ ਕੀਰਤਨ ਕਰਨਾ ਸੀ। ਤੁਹਾਨੂੰ ਵੀ ਪਤਾ ਵੀ ਆਸਾ ਦੀ ਵਾਰ ਦਾ ਕੀਰਤਨ ਲਗਭਗ 1.5-2 ਘੰਟਿਆਂ ਦੇ ਵਿੱਚ ਹੁੰਦਾ। ਆਸਾ ਦੀ ਵਾਰ ਦਾ ਕੀਰਤਨ ਕਰਨਾ ਸੀ ਅਤੇ ਕੀਰਤਨ ਕਰਨ ਤੋਂ ਪਹਿਲਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨ ਗਏ ਸੀ, ਕੀਰਤਨ ਕਰਨ ਤੋਂ ਪਹਿਲਾਂ ਆਪਣਾ ਵਾਜਾ ਲੈ ਕੇ ਅਤੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਪਏ ਨੇ। ਤਾਂ ਕਹਿੰਦੇ ਵੀ ਸੰਗਤ ਦੇ ਵਿੱਚੋਂ ਜਿੰਨੇ ਬੰਦਿਆਂ ਨੇ ਸੱਦਿਆ ਸੀ, ਪੁੱਛ ਲਿਆ ਵੀ ਮਹਾਰਾਜ ਵੀ ਬਾਬਾ ਜੀ ਤੁਸੀਂ ਉੱਥੇ ਵੀ ਤਾਂ ਆਸਾ ਦੀ ਵਾਰ ਪੜ੍ਹਨੀ ਹੈ। ਕਹਿੰਦੇ ਉਹ ਆਸਾ ਦੀ ਵਾਰ ਤਾਂ ਸੰਗਤ ਦੇ ਲਈ ਪੜ੍ਹਨੀ ਹੈ, ਇਹ ਮੈਂ ਆਪਣੇ ਲਈ ਪੜ੍ਹਦਾ ਪਿਆ। ਉਹ ਬੰਦੇ ਕਿਸ ਲੈਵਲ ਦੇ ਉੱਤੇ ਜੀਂਦੇ ਨੇ, ਕਿਸ ਥਾਂ ਦੇ ਉੱਤੇ ਜੀਂਦੇ ਨੇ? ਕਾਰਨ ਕੀ ਹੈ? ਉਹਨਾਂ ਨੇ ਕੀਰਤਨ ਕੀਤਾ ਤੇ ਜ਼ਰੂਰ, ਪਰ ਕੀਰਤਨ ਦਾ ਮਤਲਬ ਇਹ ਨਹੀਂ ਰੱਖਿਆ ਵੀ ਲੋਕ ਖੁਸ਼ ਕਰਨੇ ਨੇ। ਉਹਨਾਂ ਨੇ ਕੀਰਤੀ ਦਾ ਮਤਲਬ ਰੱਖਿਆ ਵੀ ਮੇਰਾ ਤੇਰੇ ਨਾਲ ਸੰਬੰਧ ਹੈ। ਆਹੀ ਕੀਰਤਨ ਹੈ ਜਿਹੜਾ ਸੁਣ ਕੇ ਵੀ ਤੁਹਾਨੂੰ ਜੋੜ ਸਕਦਾ ਅਤੇ ਤੁਸੀਂ ਕਰਕੇ ਵੀ ਜੁੜ ਸਕਦੇ ਹੋ। ਇਹਦੇ ਤੋਂ ਇਲਾਵਾ ਹੋਰ ਕੋਈ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਇਸ ਨੂੰ ਹੋਰ ਥਾਓ ਨਾ ਹੀ ਸ਼ਬਦ ਲਾਗ ਸਵਾਰੀਆ। ਕੀਰਤਨ ਕੀਰਤੀ ਬਣ ਜਾਵੇ। ਸੁਣਨਾ ਕੀਰਤਨ ਕਰਨਾ ਜ਼ਰੂਰੀ ਨਹੀਂ ਵਾਜੇ ਦੇ ਨਾਲ ਹੀ, ਵਾਜੇ ਤੋਂ ਬਿਨਾਂ ਵੀ ਕੀਰਤਨ ਇੱਦਾਂ ਦਾ ਹੋਵੇ ਵੀ ਸਾਡਾ ਧਿਆਨ ਇੱਥੇ ਹੋ ਜਾਵੇ। ਮਹਾਰਾਜ ਕੀ ਕਹਿੰਦੇ ਨੇ? ਵਾਹਿਗੁਰੂ ਤੈਨੂੰ ਤੇਰੇ ਭਗਤ ਚੰਗੇ ਲੱਗਦੇ ਨੇ। ਕਿੱਦਾਂ ਚੰਗੇ ਲੱਗਦੇ ਨੇ? ਕਿਉਂ? ਦਰ ਸੋਹਣ ਕੀਰਤ ਗਾਵੰਦੇ, ਤੇਰੇ ਦਰ ਦੇ ਉੱਤੇ ਤੇਰੀ ਕੀਰਤੀ ਗਾਉਂਦੇ ਨੇ, ਇਸ ਕਰਕੇ ਤੈਨੂੰ ਸੋਹਣੇ ਲੱਗਦੇ ਨੇ। ਇਸ ਕਰਕੇ ਉਹਦੀ ਕੀਰਤੀ ਗਾਉਣ ਦੀ ਜੱਟ ਸਿੱਖ ਲਈਏ। ਪਰ ਨਾਲ ਗੁਰੂ ਸਾਹਿਬ ਨੇ ਫਿਰ ਦੂਸਰਿਆਂ ਦੀ ਵੀ ਗੱਲ ਕਰ ਦਿੱਤੀ। ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਨੀ ਧਾਵੰਦੇ। ਕਰਮਾਂ ਬਾਹਰੇ ਦਾ ਮਤਲਬ ਪਤਾ ਕੀ ਹੁੰਦਾ? ਕਰਮਾਂ ਦੇ ਮਾਰੇ ਲੋਕ। ਅਸੀਂ ਕਰਮਾਂ ਮਾਰੇ ਪਤਾ ਕਿਹਨੂੰ ਕਹਿੰਦੇ ਹਾਂ? ਜਿਹਦਾ ਕਾਰੋਬਾਰ ਨਹੀਂ ਚੱਲਦਾ ਪਿਆ, ਇਹਦੀ ਬੜੀ ਕਿਸਮਤ ਮਾੜੀ। ਜਿਹਨੂੰ ਨੌਕਰੀ ਨਹੀਂ ਮਿਲਦੀ ਪਈ, ਇਹਦੀ ਬੜੀ ਕਿਸਮਤ ਮਾੜੀ। ਜਿਹੜਾ ਕਲਾਸਾਂ 'ਚੋਂ ਫੇਲ ਹੋਈ ਜਾਂਦਾ, ਇਹਦੀ ਬੜੀ ਕਿਸਮਤ ਮਾੜੀ। ਇਹ ਦੁਨੀਆਦਾਰੀ ਦੇ ਖੇਡ ਹੈ ਸਾਰੀ, ਹੋਰ ਕੁਝ ਨਹੀਂ ਹੈ। ਹੋ ਸਕਦਾ ਹੈ ਨਹੀਂ ਸਾਰੀ ਜ਼ਿੰਦਗੀ ਚੱਲਿਆ, ਇੱਕ ਦਿਨ ਹੀ ਇੱਦਾਂ ਦਾ ਆ ਜਾਏ ਵੀ ਸਾਰੀ ਜ਼ਿੰਦਗੀ ਦੀ ਹਾਲਤ ਹੀ ਬਦਲ ਜੇ। ਇਹ ਤਾਂ ਦੁਨੀਆਦਾਰੀ ਦੀਆਂ ਖੇਡਾਂ ਨੇ। ਅਸੀਂ ਦੁਨੀਆ 'ਚ ਕਿਹਨੂੰ ਕਹਿੰਦੇ ਕਿਸਮਤ ਮਾੜੀ? ਮਹਾਰਾਜ ਪਤਾ ਕੀ ਕਹਿੰਦੇ ਨੇ? ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੂੰ ਸੰਗਤ ਨਹੀਂ ਨਾ ਮਿਲੀ, ਸਭ ਤੋਂ ਮਾੜੀ ਕਿਸਮਤ ਉਹਨਾਂ ਬੰਦਿਆਂ ਦੀ। ਸਭ ਤੋਂ ਮਾੜੀ ਕਿਸਮਤ, ਸਭ ਤੋਂ ਇੱਦਾਂ ਕਹਿ ਲਈਏ ਵੀ ਜਿਨ੍ਹਾਂ ਦੇ ਭਾਗ ਖਤਮ ਹੋ ਗਏ ਜਾਂ ਭਾਗ ਖੋਟੇ ਕਹਿ ਲਈਏ ਵੀ ਕੁਝ ਨਹੀਂ ਬਣਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਤੁਹਾਨੂੰ ਯਾਦ ਹੈ, ਹਜ਼ੂਰ ਕਹਿੰਦੇ ਨੇ ਵਡਭਾਗੀ ਹਰ ਸੰਗਤ ਪਾਵੇ। ਅਤੇ ਸੰਗਤ ਪਾਉਣ ਦਾ ਮਤਲਬ ਕਿਤੇ ਇਹੋ ਨਾ ਸਮਝ ਲਿਓ ਵੀ ਮੈਂ 40 ਮਿੰਟ ਬੋਲਿਆ ਅਤੇ ਮੈਂ ਕਹਾਂ ਮੈਂ ਸੰਗਤ ਕਰ ਲਈ ਹੈ, ਤੁਸੀਂ 40 ਮਿੰਟ ਬੈਠੇ ਅਤੇ ਕਹਿ ਲਿਓ ਵੀ ਸੰਗਤ ਹੋ ਗਈ ਹੈ। ਨਿਕਲਣਾ ਇਹਦੇ ਵਿੱਚੋਂ ਹੀ ਹੈ। ਪਰ ਇਹ ਇੱਦਾਂ ਦੀ ਗੱਲ ਹੈ ਜਿੱਦਾਂ ਆਪਾਂ ਮੈਡੀਕਲ ਸਟੋਰ ਦੇ ਤੋਂ ਜਾ ਕੇ ਅਤੇ ਉਹ ਪੱਤਾ ਲੈ ਕੇ ਆਉਂਦੇ ਹਾਂ, ਦਵਾਈਆਂ ਦਾ ਟੈਬਲੇਟਸ ਲੈ ਕੇ ਆਉਂਦੇ ਹਾਂ, ਅਤੇ ਜਦੋਂ ਤੱਕ ਅਸੀਂ ਖੋਲ੍ਹ ਕੇ ਨਾ ਖਾਈਏ
ਟੈਬਲੇਟਸ ਸਾਡੇ ਕੋਲ ਪਈਆਂ ਨੇ, ਉਹਦਾ ਕੀ ਅਸਰ ਹੈ? ਸਾਨੂੰ ਖੋਲ੍ਹ ਕੇ ਖਾਣੀ ਪਵੇਗੀ ਨਾ। ਮੈਂ ਰੈਪਰ ਤਾਂ ਨਹੀਂ ਹੱਥ 'ਚ ਲੈ ਕੇ ਫਿਰਾਂਗਾ ਵੀ ਹਾਂ ਵੇਖੋ ਜੀ ਆਹ ਵੇਖੋ ਮੇਰੇ ਕੋਲ ਹੈ। ਆਹ ਸਮਝ ਲਓ ਇੰਨੀ ਕੁ ਗੱਲ ਹੈ। ਅਰੇ ਸਾਡੇ ਹੱਥ ਦੇ ਵਿੱਚ ਨਾ ਉਹ ਰੈਪਰ ਹੀ ਆਇਆ ਹੈ, ਅਜੇ ਗੋਲੀ ਕੱਢ ਕੇ ਖਾਣੀ ਹੈ। ਕਿੰਨੇ ਕੁ ਖਾ ਲੈਣਗੇ ਬਸ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਗੋਲੀ 'ਚ ਮੈਂ ਦਿਖਾ ਸਕਦਾ ਵੇਖੋ ਜੀ ਮੇਰੇ ਕੋਲ ਹੈ, ਖਾਧੀ ਕਿੰਨੇ ਹੈ, ਬਸ ਇੰਨਾ ਕੁ ਫਰਕ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਵੱਡਿਆਂ ਭਾਗਾਂ ਵਾਲੇ ਦੇ ਕੋਲ ਸੰਗਤ ਹੈ। ਵੱਡਿਆਂ ਭਾਗਾਂ ਵਾਲੇ ਸੰਗਤ ਪਾਉਂਦੇ ਨੇ, ਪਰ ਦੂਸਰੇ ਪਾਸੇ ਭਾਗਹੀਣ ਭਰਮ ਚੋਟਾਂ ਖਾਵੇ। ਭਾਗਾਂ ਤੋਂ ਹੀਣੇ ਬੰਦੇ ਨੇ ਜਿਹੜੇ ਸੰਗਤ ਵੱਲ ਤੇ ਨਹੀਂ ਆਉਂਦੇ, ਹੋਰ ਕਿਸੇ ਪਾਸੇ ਭਟਕ ਭਟਕ ਕੇ ਤੇ ਕਦੀ ਇੱਧਰੋਂ ਚੋਟ ਖਾ ਲਈ, ਕਦੀ ਇੱਧਰੋਂ ਚੋਟ ਖਾ ਲਈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਮਹਾਰਾਜ ਕਹਿੰਦੇ ਸੰਗਤ ਤੇ ਮਿਲਦੀ ਨਹੀਂ ਹੈ, ਸਗੋਂ ਮੈਲ ਭਰੀ ਜਾਂਦੀ ਹੈ ਅੰਦਰ, ਜੇ ਸੰਗਤ ਵੱਲ ਨਾ ਆਈਏ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਇੰਨੇ ਕਈ ਭਾਗਹੀਣ ਨੇ, ਇੰਨੇ ਕਈ ਕਰਮਾਂ ਤੋਂ ਬਾਹਰੇ ਨੇ, ਇੰਨੇ ਕਈ ਕਿਸਮਤ ਦੇ ਮਾੜੇ ਨੇ। ਕਿਹੜੇ ਨੇ? ਦਰ ਢੋ ਨਾ ਲਹਿਨੀ ਧਾਮ ਦੇ, ਜਿਨ੍ਹਾਂ ਨੂੰ ਰੱਬ ਦੇ ਘਰ ਦੇ ਵਿੱਚ ਢੋਈ ਨਹੀਂ ਮਿਲਦੀ। ਅਸੀਂ ਸ਼ਾਇਦ ਉਸ ਸਟੇਟ ਆਫ ਮਾਈਂਡ ਦੇ ਵਿੱਚ ਕਦੀ ਜੀਂਦੇ ਹੀ ਨਹੀਂ, ਅਸੀਂ ਕਦੀ ਉਸ ਲੈਵਲ ਦੇ ਉੱਤੇ ਜੀਂਦੇ ਹੀ ਨਹੀਂ। ਪਰ ਜਿਨ੍ਹਾਂ ਬੰਦਿਆਂ ਦੇ ਨਾਲ ਇੱਦਾਂ ਵਾਪਰਦਾ ਹੁੰਦਾ ਨਾ ਵੀ ਕਿਸੇ ਕੰਮ ਦੇ ਵਿੱਚ ਲੱਗੇ ਹੋਣ ਤੇ ਕੰਮ ਸਫਲਤਾ ਨਾ ਹੋ ਰਹੀ ਹੋਵੇ, ਉਹਨਾਂ ਨੂੰ ਪੁੱਛ ਕੇ ਵੇਖੋ ਕਿੰਨੀ ਫਰਸਟ੍ਰੇਸ਼ਨ ਆਉਂਦੀ ਹੈ, ਕਿੰਨਾ ਦੁੱਖ ਆਉਂਦਾ ਜ਼ਿੰਦਗੀ ਦੇ ਵਿੱਚ। ਅਸੀਂ ਅਜੇ ਉੱਦਾਂ ਬੰਦਗੀ ਦੇ ਵਿੱਚ ਲੱਗਦੇ ਹੀ ਨਹੀਂ ਹਾਂ। ਜਿਹੜੇ ਬੰਦਗੀ ਦੇ ਵਿੱਚ ਲੱਗੇ ਹੀ ਇਸ ਕੰਮ ਲਈ ਨੇ, ਪਰ ਕੀ ਹੋ ਗਿਆ ਹੁਣ? ਕਿਸੇ ਨੇ ਘਰ-ਬਾਰ ਛੱਡਿਆ ਸੀ, ਕਾਹਦੇ ਲਈ ਛੱਡਿਆ ਸੀ? ਇਸੇ ਕਰਕੇ ਤੇ ਛੱਡਿਆ ਸੀ ਵੀ ਕਿਤੇ ਸ਼ਾਇਦ ਰੱਬ ਮਿਲ ਜਾਵੇ। ਕਿਸੇ ਨੇ ਰੋਟੀ ਪਾਣੀ ਛੱਡਿਆ ਇਸੇ ਕਰਕੇ ਤੇ ਛੱਡਿਆ ਸੀ ਵੀ ਰੱਬ ਮਿਲ ਜਾਵੇ। ਕਿਸੇ ਨੇ ਕੱਪੜੇ ਪਹਿਨਣੇ ਛੱਡ ਦਿੱਤੇ ਇਸੇ ਕਰਕੇ ਤੇ ਛੱਡੇ ਸੀ ਵੀ ਰੱਬ ਕਿਤੇ ਮਿਲ ਜਾਵੇ, ਨਹੀਂ ਤੇ ਉਹਨੂੰ ਕੀ ਲੋੜ ਸੀ ਛੱਡਣ ਦੀ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਮਹਾਰਾਜ ਕਹਿੰਦੇ ਨੇ ਨਾ ਵੀ ਇਹਨਾਂ ਨੂੰ ਢੋਈ ਨਹੀਂ ਮਿਲਦੀ, ਉਦੋਂ ਵੇਖਿਓ ਕੀ ਬਣਦਾ। ਇਹਨੂੰ ਇੱਦਾਂ ਸੌਖਾ ਸਮਝਿਆ ਜਾ ਸਕਦਾ। ਸਾਡੇ ਘਰਾਂ ਦੀ ਉਦਾਹਰਣ ਹੈ ਵੀ ਜਿੱਦਣ ਪੇਪਰ ਹੁੰਦੇ ਨੇ ਨਾ, ਬੱਚਾ ਵੇਖੋ 8-8 ਘੰਟੇ ਪੜ੍ਹਿਆ, 10-10 ਘੰਟੇ ਪੜ੍ਹਿਆ, ਰੱਬ ਨਾ ਕਰੇ ਜਿੱਦਣ ਰਿਜ਼ਲਟ ਆ ਜਾਵੇ ਤੇ ਉਸ ਦਿਨ ਫੇਲ ਹੋ ਜਾਵੇ ਬੰਦਾ, ਕਿੰਨੀ ਫਰਸਟ੍ਰੇਸ਼ਨ ਆਉਂਦੀ, ਕਿੰਨਾ ਗੁੱਸਾ ਆਉਂਦਾ, ਕਿੰਨਾ ਦੁੱਖ ਲੱਗਦਾ ਚੀਜ਼ ਦਾ। ਕਿਉਂਕਿ ਅਸੀਂ ਤਾਂ ਚਲੋ ਧਾਰਮਿਕ ਜ਼ਿੰਦਗੀ 'ਚ ਮਿਹਨਤ ਨਹੀਂ ਨਾ ਕੀਤੀ, ਉਹ ਬਾਹਰਲੀ ਮਿਹਨਤ ਕੀਤੀ, ਉਸ ਕਰਕੇ ਇਹ ਇੱਥੇ ਸਮਝਣਾ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਨੇ ਬਖਸ਼ਿਸ਼ ਤੋਂ ਬਿਨਾਂ ਆ ਜਿੰਨੇ ਹਉਮੈ ਦੇ ਨਾਂ ਦੇ ਉੱਤੇ ਮੇਰੇ ਵਰਗੇ ਕਰਮ ਕਾਂਡ ਕਰੀ ਜਾਂਦੇ ਨੇ ਨਾ, ਨਾਨਕ ਕਰਮਾਂ ਬਾਹਰੇ, ਉਹ ਇਹਨਾਂ ਦੇ ਪੱਲੇ ਰੱਬ ਦੀ ਬਖਸ਼ਿਸ਼ ਬੜੀ ਘੱਟ ਹੈ। ਦਰ ਢੋ ਨਾ ਲਹਿਨੀ ਧਾਵੰਦੇ, ਉਹ ਰੱਬ ਦੇ ਘਰ ਦੇ ਵਿੱਚ ਢੋਈ ਨਹੀਂ ਲੈਂਦੇ। ਕਿਹੜੇ ਕਮਾਲ ਦੀ ਗੱਲ ਹੈ ਨਾ। ਸਤਿਗੁਰੂ ਜੀ ਦੀ ਇੱਕ ਬਾਣੀ ਦਾ ਬਚਨ ਹੈ, ਮਹਾਰਾਜ ਕਹਿੰਦੇ ਨੇ, ਉਹ ਸ਼ਬਦ ਹੈ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਉੱਥੇ ਇੱਕ ਸ਼ਬਦ ਆਉਂਦਾ ਹੈ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾ ਹੀ ਜਾਏ। ਮਹਾਰਾਜ ਕਹਿੰਦੇ ਜਿੰਨੇ ਕਲੰਕ ਲਵਾ ਲਏ ਨਾ ਆਪਣੇ ਮੂੰਹ ਦੇ ਉੱਤੇ, ਉਹਦੇ ਲਈ ਓਨਾ ਹੀ ਰੱਬ ਦੇ ਘਰ ਦੇ ਵਿੱਚ ਬੈਠਣਾ ਔਖਾ, ਉਹਦੇ ਲਈ ਓਨਾ ਹੀ ਉੱਥੇ ਬੈਠਣਾ ਔਖਾ ਹੈ। ਦਰਗਾਹ ਬੈਸਣ ਨਾ ਹੀ ਜਾਏ, ਹੁਣ ਤਾਂ ਬਹਿਣ ਨੂੰ ਥਾਂ ਨਹੀਂ ਮਿਲਦੀ ਉੱਥੇ। ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲਹਿਨੀ ਧਾਵੰਦੇ। ਇੱਕ ਸ਼ਬਦ ਅਸੀਂ ਸੋਦਰ ਦੇ ਵਿੱਚ ਪੜ੍ਹਦੇ ਹਾਂ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਸ਼ਬਦ ਇਹ ਵੀ ਤੁਹਾਨੂੰ ਯਾਦ ਹੈ। ਅੱਜ ਤਾਂ ਵੇਖੋ ਰੱਬ ਦੀ ਬੜੀ ਕਿਰਪਾ ਹੋਈ ਹੈ ਵੀ ਸ਼ਬਦ ਲਗਭਗ ਉਹੀ ਨੇ ਜਿਹੜੇ ਯਾਦ ਨੇ, ਕਿਉਂਕਿ ਮੈਂ ਕਦੀ ਪਿੱਛੋਂ ਸੋਚ ਕੇ ਨਹੀਂ ਬੈਠਾ ਹੋਇਆ ਵੀ ਆਹ ਗੱਲ ਕਹਿਣੀ ਹੈ। ਜੋ ਆ ਰਿਹਾ ਹੈ ਉਹਨੂੰ ਸਮਝ ਲੈਣਾ। ਹਜ਼ੂਰ ਕਹਿੰਦੇ ਨੇ, ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਜਿਨ੍ਹਾਂ ਨੇ ਸੰਗਤ ਪਾ ਲਈ ਨਾ, ਸਮਝ ਲਓ ਉਹਨਾਂ ਦੇ ਮੱਥੇ ਦੇ ਲੇਖ ਉਗੜਨੇ ਸ਼ੁਰੂ ਹੋ ਗਏ। ਪਰ ਗੁਰੂ ਸਾਹਿਬ ਨੇ ਇਹਦੇ ਤੋਂ ਪਹਿਲਾਂ ਕੀ ਗੱਲ ਕੀਤੀ ਹੈ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਮਹਾਰਾਜ ਕਹਿੰਦੇ ਜਿੰਨਾ ਜੀ ਲਿਆ ਉਹ ਵੀ ਫਿਟਕਾਰ, ਅਤੇ ਜਿੰਨਾ ਬਚਿਆ ਹੈ ਜਿਹੜੇ ਜੀ ਰਹੇ ਨੇ ਉਹ ਵੀ ਫਿਟਕਾਰਯੋਗ ਹੈ। ਕੀ ਕਰਦੇ ਪਏ ਨੇ ਦੁਨੀਆ ਦੇ ਵਿੱਚ। ਅਤੇ ਇਹਨਾਂ ਬੰਦਿਆਂ ਨੇ 10 ਕੁ ਦਿਨ ਗੁਰਦੁਆਰੇ ਆਉਣਾ ਹੁੰਦਾ ਹੈ, 10 ਕੁ ਦਿਨ ਮੰਦਰ ਆਉਣਾ ਹੁੰਦਾ ਹੈ, 10 ਕੁ ਦਿਨ ਇਹਨਾਂ ਨੇ ਵੇਖੋ ਉਹ ਕੰਮ ਕਰਨੇ ਹੁੰਦੇ ਨੇ, ਅਤੇ ਪਤਾ ਕਿੱਦਾਂ ਬਿਹੇਵ ਕਰਨਗੇ ਵੀ ਜਿੱਦਾਂ ਰੱਬ ਸਾਰਾ ਇਹਨਾਂ ਦੀ ਜੇਬ 'ਚ ਪਿਆ ਹੁੰਦਾ ਵੀ ਜਦੋਂ ਕੱਢ ਕੇ ਜੀ ਕੀਤਾ ਅਤੇ ਵਰਤ ਲਿਆ। ਇਹ ਇੱਦਾਂ ਬਿਹੇਵ ਕਰਦੇ ਨੇ ਲੋਕ। ਤੁਸੀਂ ਕਿਤੇ ਵੇਖਣਾ ਇਹਨਾਂ ਲੋਕਾਂ ਨੂੰ, ਇੰਨੇ ਹੰਕਾਰ ਦੇ ਨਾਲ ਭਰੇ ਨੇ। ਆ ਪਤਾ ਨਹੀਂ ਆ ਤੁਸੀਂ ਤਾਂ ਚਲੋ ਰੱਬ ਦੀ ਬਖਸ਼ਿਸ਼ ਦੇ ਨਾਲ ਕਿਤੇ ਰੋਜ਼ ਆ ਜਾਂਦੇ ਜੇ, ਅਤੇ ਇੱਕ ਅੱਧੀ ਗੱਲ ਕੰਨ ਦੇ ਵਿੱਚ ਪੈ ਜਾਂਦੀ ਹੈ ਅਤੇ ਸਮਝ ਲੱਗ ਜਾਂਦੇ ਵੀ ਇੱਦਾਂ ਨਹੀਂ ਕਰਨਾ। ਉਹਨਾਂ ਨੇ ਸੁਣਿਆ ਹੀ ਨਹੀਂ ਹੁੰਦਾ, ਉਹ ਫਿਰ ਸੁਣਾਉਣ ਹੀ ਆਉਂਦੇ ਨੇ, ਸਾਡੀ ਮੰਨੋ, ਸਾਡੀ ਸੁਣੋ, ਸਾਡੀ ਗੱਲ ਕਰੋ।
ਦਾਤਾਰ ਕਹਿੰਦੇ ਭਾਈ ਨਾਨਕ ਕਰਮਾਂ ਬਾਹਰੇ, ਵਾਹਿਗੁਰੂ ਤੈਨੂੰ ਭਗਤ ਤੇ ਬੜੇ ਚੰਗੇ ਲੱਗਦੇ ਨੇ, ਪਰ ਕਈ ਇਹੋ ਜਿਹੇ ਵੀ ਹੈ ਨੇ ਵਿਚਾਰੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਨੀ ਧਾਵੰਦੇ, ਉਹ ਕਿਤੇ ਵੀ ਢੋਈ ਨਹੀਂ ਮਿਲਦੀ ਉਹਨੂੰ। ਸਤਿਗੁਰੂ ਕਹਿੰਦੇ ਨੇ ਅਗਲਾ ਸ਼ਬਦ ਵੇਖੋ, ਇੱਕ ਮੂਲ ਨਾ ਬੁੱਝਣ ਆਪਣਾ, ਅਣ ਹੁੰਦਾ ਆਪ ਗਣਾਏਂਦੇ। ਮਹਾਰਾਜ ਢੋਈ ਕਿਉਂ ਨਹੀਂ ਮਿਲਦੀ? ਸਤਿਗੁਰੂ ਕਹਿੰਦੇ ਆਹ ਪ੍ਰੋਬਲਮ ਹੈ ਇਹਨਾਂ ਨੂੰ। ਇੱਥੇ ਇੱਕ ਦਾ ਅਰਥ ਕਈ ਹੈ, ਇਹ ਪਲੂਰਲ ਹੈ, ਸਿੰਗੂਲਰ ਨਹੀਂ ਹੈ। ਇਹ ਨਹੀਂ ਵੀ ਇੱਕ। ਮਹਾਰਾਜ ਕਹਿੰਦੇ ਇੱਕ ਮੂਲ ਨਾ ਬੁੱਝਣ ਆਪਣਾ, ਆਪਣੀ ਅਸਲੀਅਤ ਨੂੰ ਨਹੀਂ ਪਤਾ ਉਹਨਾਂ ਨੂੰ, ਆਪਣੀ ਅਸਲੀਅਤ ਨਹੀਂ ਸਮਝਦੇ ਵੀ ਕੀ ਨੇ ਉਹ। ਮੈਂ ਇੱਥੇ ਤੁਹਾਨੂੰ ਬੜੀਆਂ ਲੰਮੀਆਂ ਗੱਲਾਂ ਦੇ ਲੈਕਚਰ ਦੇ ਸਕਦਾ ਹਾਂ, ਕਿਉਂਕਿ ਪ੍ਰੈਕਟਿਸ ਹੋ ਗਈ ਹੈ ਲੈਕਚਰ ਕਰਨ ਦੀ, ਜਿੰਨਾ ਮਰਜ਼ੀ ਬੋਲੀ ਜਾਵਾਂ। ਪਰ ਆਪ ਜੀ ਦੇ ਸਾਹਮਣੇ ਇੱਕ ਗੱਲ ਕਰ ਦੇਵਾਂ, ਸ਼ਾਇਦ 1903 ਦੇ ਲਾਗੇ ਦੀ ਗੱਲ ਹੈ, ਮੈਂ ਪਹਿਲਾਂ ਵੀ ਬੋਲਿਆ ਹੋਵੇ। ਸਿੱਖੀ ਕੀ ਹੁੰਦੀ ਹੈ ਅਤੇ ਕਿੱਦਾਂ ਜਾਂਦੀ ਹੈ ਇੱਕ ਦੂਸਰੇ ਦੇ ਲਾਗੇ। ਔਰ ਅੱਜ ਕੱਲ੍ਹ ਨਾ ਇੱਕ ਨਵਾਂ ਟਰੈਂਡ ਚੱਲਿਆ ਹੈ, ਜਿਹਦੇ ਵਿੱਚ ਫਿਰ ਅਸੀਂ ਵਾਪਸ ਉਹਨਾਂ ਚੀਜ਼ਾਂ ਦੇ ਵੱਲ ਆ ਗਏ ਹਾਂ। ਅਤੇ ਬੜੀ ਬਖਸ਼ਿਸ਼ ਹੈ ਰੱਬ ਦੀ ਕਿਰਪਾ ਦੇ ਨਾਲ ਸਾਨੂੰ ਕਿਤੇ ਇਹੋ ਜਿਹੇ ਬੰਦਿਆਂ ਦੀ ਸੰਗਤ ਮਿਲ ਗਈ। ਉਹਦੇ ਵਿੱਚ ਨਾ ਕੀ ਹੋ ਰਿਹਾ ਵੀ ਸਿੱਖੀ ਲੈਕਚਰਾਂ ਦੀ ਸਿੱਖੀ ਨਹੀਂ ਹੈ। ਮੈਂ ਬੜੀ ਵਾਰ ਕਥਾ 'ਚ ਗੱਲ ਬੋਲੀ ਹੈ, ਰੱਬ ਕਿਰਪਾ ਕਰੇ ਸਿਰਫ ਲੈਕਚਰਾਂ ਜੋਗੇ ਨਾ ਰਹਿ ਜਾਈਏ, ਜ਼ਿੰਦਗੀ 'ਚ ਅੱਗੇ ਵੀ ਗੱਲ ਆ ਜਾਵੇ। ਇਹ ਗੱਲ ਪੱਕੀ ਹੈ, ਸਿੱਖੀ ਲੈਕਚਰਾਂ ਦੀ ਨਹੀਂ ਹੈ ਵੀ ਮੈਂ ਕੀ ਬੋਲਦਾ ਹਾਂ, ਸਿੱਖੀ ਉਹ ਹੈ ਮੈਂ ਕੀ ਕਰਦਾ ਹਾਂ ਅਤੇ ਤੁਸੀਂ ਕੀ ਕਰਦੇ ਜੇ। ਲੈਕਚਰਾਂ ਦੀ ਤਾਂ ਬਸ ਐਵੇਂ ਇੱਦਾਂ ਕਹਿ ਲਈ ਵੀ ਫਾਰਮੈਲਿਟੀ ਹੈ, ਜਿਹਦੇ ਉੱਤੇ ਕੁਝ ਵੀ ਨਹੀਂ। ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ, ਜਾਣਕਾਰੀ ਇੱਕ ਦੂਸਰੇ ਨੂੰ ਦੱਸ ਦੇਣੀ। ਚੰਗੀਆਂ ਗੱਲਾਂ ਤਾਂ ਕਿਤਾਬਾਂ 'ਚ ਵੀ ਲਿਖੀਆਂ ਹੁੰਦੀਆਂ ਨੇ, ਮੈਂ ਮੂੰਹ ਦੇ ਨਾਲ ਬੋਲ ਦਿੱਤਾ, ਤੁਸੀਂ ਕਿਤਾਬਾਂ ਤੋਂ ਪੜ੍ਹ ਲਈਆਂ, ਦੋਵੇਂ ਇੱਕੋ ਹੀ ਗੱਲਾਂ ਨੇ। ਗੱਲ ਸੀ ਵੀ ਤੁਹਾਡੇ ਤੱਕ ਕਨਵੇ ਕਰਨਾ, ਮੈਸੇਜ ਹੋ ਗਿਆ, ਗੱਲ ਖਤਮ ਹੋ ਗਈ। ਉਹਦੇ ਵਿੱਚ ਨਾ ਪ੍ਰੋਫੈਸਰ ਪੂਰਨ ਸਿੰਘ ਹੋਣਾ ਦੀ ਗੱਲ ਪੜ੍ਹਦੇ ਹਾਂ ਆਪਾਂ। ਵੇਖੋ ਜੀ, ਉਹਨਾਂ ਨੇ ਉਹ ਜਾਪਾਨ ਗਏ ਅਤੇ ਉਹਨਾਂ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ। ਸਿੱਖਾਂ 'ਚ ਜਨਮ ਹੋਇਆ, ਸਿੱਖ ਘਰ 'ਚ। ਜਾਪਾਨ ਗਏ ਅਤੇ ਉੱਥੇ ਬੁੱਧ ਧਰਮ ਗ੍ਰਹਿਣ ਕਰ ਲਿਆ ਉਹਨਾਂ ਨੇ। ਔਰ ਇੱਦਾਂ ਦਾ ਨਹੀਂ ਵੀ ਮੈਂ ਕਹਾਂ ਜੀ ਮੈਂ ਸਿੱਖ ਬਣ ਗਿਆ ਅਤੇ ਬਸ ਗੱਲਾਂ ਬਾਤੀ ਸਿੱਖ ਬਣ ਗਿਆ। ਇੱਦਾਂ ਦਾ ਬੁੱਧ ਧਰਮ ਗ੍ਰਹਿਣ ਕੀਤਾ, ਪੜ੍ਹ ਕੇ ਗ੍ਰਹਿਣ ਕੀਤਾ। ਕਹਿੰਦੇ ਵੀ ਉਹਨਾਂ ਨੂੰ ਹਰ ਦਰਖਤ ਦੇ ਵਿੱਚੋਂ ਅਤੇ ਹਰ ਚੀਜ਼ ਦੇ ਵਿੱਚੋਂ ਜਿਹੜੀ ਇੱਥੇ ਜਿੱਥੇ ਕਿਤੇ ਨਜ਼ਰ ਆਉਂਦੀ ਸੀ ਨਾ, ਉਹਨਾਂ ਨੂੰ ਉਹਦੇ ਵਿੱਚੋਂ ਵੀ ਮਹਾਤਮਾ ਬੁੱਧ ਦੇ ਦਰਸ਼ਨ ਹੁੰਦੇ ਸੀ। ਅਸੀਂ ਨਹੀਂ ਪਹੁੰਚ ਪਾਏ ਉੱਥੇ। ਉਹ ਕਹਿੰਦੇ ਵੀ ਸਿੱਖਾਂ 'ਚ ਜਨਮ ਲੈ ਕੇ ਅਤੇ ਬੁੱਧ ਧਰਮ ਅਪਣਾ ਲਿਆ ਉਹਨਾਂ ਨੇ। ਬਾਅਦ 'ਚ ਥੋੜ੍ਹਾ ਟਾਈਮ ਹੋਰ ਹੋਇਆ ਅਤੇ ਉਹਨਾਂ ਨੂੰ ਕੋਈ ਸੰਨਿਆਸੀ ਸਾਧ ਮਿਲ ਗਿਆ, ਹਿੰਦੁਸਤਾਨ ਦੇ ਵਿੱਚੋਂ ਗਿਆ ਹੋਇਆ ਸੰਨਿਆਸੀ ਸਾਧੂ ਮਿਲ ਗਿਆ। ਉਹਦੇ ਪਿੱਛੇ ਲੱਗ ਕੇ ਉਹਨਾਂ ਨੇ ਬੁੱਧ ਛੱਡ ਦਿੱਤਾ ਅਤੇ ਸੰਨਿਆਸ ਧਾਰਨ ਕਰ ਲਿਆ, ਸੰਨਿਆਸ ਨੂੰ ਅਪਣਾ ਲਿਆ ਵੀ ਸੰਨਿਆਸੀ ਬਣਨਾ। ਪ੍ਰੋਫੈਸਰ ਪੂਰਨ ਸਿੰਘ ਇਹ ਥੋੜ੍ਹੇ ਸਮੇਂ ਬਾਅਦ ਜਦੋਂ ਇੰਡੀਆ ਆਏ, ਇੱਧਰ ਵਾਪਸ ਆਏ, ਅਤੇ ਸ਼ਾਇਦ ਗੁਜਰਾਂਵਾਲੇ ਸਿੱਖ ਕਾਨਫਰੰਸ ਸੀ, ਔਰ ਕਹਿੰਦੇ ਨੇ ਭਾਈ ਵੀਰ ਸਿੰਘ ਉੱਥੇ ਪਹੁੰਚੇ ਹੋਏ ਸੀ। ਤੁਸੀਂ ਸ਼ਾਇਦ ਇਸ ਗੱਲ ਨੂੰ ਸੁਣਿਆ ਹੋਵੇ। ਭਾਈ ਵੀਰ ਸਿੰਘ ਉੱਥੇ ਪਹੁੰਚੇ ਹੋਏ ਸੀ ਅਤੇ ਉਸ ਮੀਟਿੰਗ ਦੇ ਵਿੱਚ ਉਹ ਜਦੋਂ ਭਾਈ ਵੀਰ ਸਿੰਘ ਨੇ ਕੁਝ ਬੋਲਿਆ, ਸਾਰਿਆਂ ਬੁਲਾਰਿਆਂ ਨੇ ਕੁਝ ਬੋਲਣਾ ਸੀ ਜਾਂ ਅਜੇ ਉਹ ਚੱਲਣੀ ਸੀ ਕਾਨਫਰੰਸ 2-4 ਦਿਨ, ਉੱਥੇ ਸਿੱਖੀ ਦਾ ਮਾਹੌਲ ਬੜੇ ਕਮਾਲ ਦਾ ਬਣਿਆ ਹੋਇਆ ਸੀ। ਅਤੇ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਦੇ ਨਾਲ ਨਾ ਭਾਈ ਵੀਰ ਸਿੰਘ ਮਿਲ ਗਏ। ਇੱਕ ਕਮਰੇ ਦੇ ਵਿੱਚ ਬੈਠ ਕੇ ਇਹਨਾਂ ਨੇ 8, 9 ਜਾਂ 10 ਘੰਟੇ ਕਹਿੰਦੇ ਗੱਲਾਂ ਬਾਤਾਂ ਕੀਤੀਆਂ ਇੱਕ ਦੂਸਰੇ ਦੇ ਨਾਲ ਬੈਠ ਕੇ। ਜਿਹੜਾ ਪ੍ਰੋਫੈਸਰ ਪੂਰਨ ਸਿੰਘ ਪਹਿਲਾਂ ਬੁੱਧ ਧਰਮ ਦੇ ਵਿੱਚ, ਬਾਅਦ ਦੇ ਵਿੱਚ ਸਨਾਤਨੀ ਮੱਤ ਦੇ ਵਿੱਚ, ਸੰਨਿਆਸ ਦੇ ਵਿੱਚ ਆ ਗਿਆ, ਉਹੀ ਪ੍ਰੋਫੈਸਰ ਪੂਰਨ ਸਿੰਘ ਵਾਪਸ ਸਿੱਖੀ ਦੇ ਵਿੱਚ ਆ ਗਿਆ। ਸਿਰਫ ਇੱਦਾਂ ਕਹਿ ਲਈਏ ਵੀ ਕੀ ਹੋਵੇਗਾ ਭਾਈ ਵੀਰ ਸਿੰਘ ਦੇ ਅੰਦਰ, ਜਿਹੜਾ 10-12 ਘੰਟਿਆਂ ਦੇ ਵਿੱਚ ਹੀ ਇੰਨੇ ਖਿਆਲ ਬਦਲ ਕੇ ਅਤੇ ਬੰਦੇ ਨੂੰ ਨਵੀਂ ਜ਼ਿੰਦਗੀ ਦੁਬਾਰਾ ਸ਼ੁਰੂ ਕਰਵਾ ਦਿੱਤੀ। ਮਹਾਰਾਜ ਕਹਿੰਦੇ ਕਿਤੇ ਸਾਡੇ ਵਰਗੇ ਨੇ, ਸਾਨੂੰ ਪਤਾ ਹੀ ਨਹੀਂ ਸਾਡੇ ਪੱਲੇ ਕੀ ਹੈ, ਪਰ ਗਣਾਉਂਦੇ ਅਸੀਂ ਇੱਦਾਂ ਹਾਂ ਵੀ ਸਾਰਾ ਕੁਝ ਮੈਨੂੰ ਹੀ ਪਤਾ ਹੈ। ਉਹ ਮੈਨੂੰ ਕੁਝ ਨਹੀਂ ਪਤਾ। ਮੇਰੇ ਨਾਲ ਕੋਈ ਆ ਕੇ ਬਹਿਸਦਾ ਹੋਵੇ ਵੀ ਆਹ ਦੱਸੋ ਆਹ ਕਿੱਦਾਂ, ਮੈਂ ਹੱਥ ਜੋੜ ਦਿੰਦਾ ਨਾ ਵੀ ਨਹੀਂ ਮੈਨੂੰ ਨਹੀਂ ਜੇ ਪਤਾ, ਕਿਉਂਕਿ ਮੈਂ ਬਹਿਸ ਕੇ ਆਪਣਾ ਦਿਮਾਗ ਨਹੀਂ ਖਰਾਬ ਕਰਨਾ ਚਾਹੁੰਦਾ। ਬੜੇ ਖਿਆਲ ਨੇ ਲੋਕ ਸਿਰਫ ਇੱਕ ਦੂਸਰੇ ਦਾ ਜਿਹੜਾ ਨਾ ਉਹ ਸਿਰ ਕਲਮ ਕਰਨ ਦੇ ਲਈ ਤਿਆਰ ਨੇ ਫੇਸਬੁੱਕ ਦੇ ਉੱਤੇ, ਬੋਲ ਕੇ ਬੋਲੀ ਜਾਣ, ਸਾਨੂੰ ਕੀ ਲੱਗੇ ਉਹਦੇ ਨਾਲ। ਮਹਾਰਾਜ ਕਹਿੰਦੇ ਇੱਕ ਮੂਲ ਨਾ ਬੁੱਝਣ ਆਪਣਾ, ਆਪਣੇ ਬਾਰੇ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਕਿਤੇ ਖੜੇ ਹੋਏ ਹਾਂ। ਪਰ ਕੀ ਕਰਦੇ ਨੇ, ਅਣਹੋਂਦਾ ਆਪ ਗਣਾਉਂਦੇ, ਅਣਹੋਂਦੇ ਵੀ ਆਪਣੇ ਆਪ ਨੂੰ ਗਣਾਉਂਦੇ ਨੇ ਵੀ ਮੈਂ ਬਹੁਤ ਕੁਝ ਹਾਂ। ਹੈ ਕੁਝ ਵੀ ਨਹੀਂ, ਪਰ ਉਹਨਾਂ ਨੂੰ ਲੱਗਦਾ ਵੀ ਅਸੀਂ ਬਹੁਤ ਕੁਝ ਹਾਂ। ਮੂਲ ਨਾ ਬੁੱਝੈ ਆਪ ਨਾ ਸੂਝੈ, ਭਰਮ ਵਿਆਪੀ ਅਹੰ ਮਨੀ। ਅੰਦਰ ਅਹੰ ਏਡੇ ਕਮਾਲ ਦਾ ਹੈ ਜਿਹੜਾ ਨੀਵਾਂ ਨਹੀਂ ਹੋਣ ਦਿੰਦਾ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏਂਦੇ। ਉਹ ਸੱਚੇ ਪਾਤਸ਼ਾਹ
ਐਡੇ ਵੱਡੇ ਹੰਕਾਰੀ ਹੋਏ ਫਿਰਦੇ ਨੇ, ਇਹ ਪਤਾ ਹੀ ਨਹੀਂ ਵੀ ਸਾਡੇ ਪੱਲੇ ਕੁਝ ਹੈ ਹੀ ਨਹੀਂ। ਇਹ ਪੱਲੇ ਇਹ ਤਾਂ ਪਤਾ ਹੀ ਨਹੀਂ ਵੀ ਨਾਮ ਦੀ ਬਖਸ਼ਿਸ਼ ਕੀ ਹੈ, ਨਾਮ ਦੀ ਦਾਤ ਕੀ ਹੈ। ਅਤੇ ਕਿਤੇ ਰੱਬ ਨੇ ਉਸ ਪਾਸੇ ਦਾ ਝਲਕਾਰਾ ਵੀ ਨਹੀਂ ਮਾਰਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਪਰ ਉਹਨਾਂ ਨੂੰ ਪੁੱਛ ਕੇ ਵੇਖੋ ਕਿੱਡੇ ਹੰਕਾਰ ਦੇ ਬੋਲ ਬੋਲਦੇ ਨੇ। ਅਤੇ ਮੈਨੂੰ ਮਾਫ਼ ਕਰਿਓ, ਲੋਕ 2-4 ਦਿਨ ਸੁਣ ਲੈਣਗੇ, ਬਾਅਦ ਨਹੀਂ ਜੋ ਸੁਣਦੇ, ਹਟ ਜਾਂਦੇ ਨੇ ਲੋਕ ਸੁਣਨੋਂ। ਕਿਉਂ? ਕਿਉਂਕਿ ਬੋਲ ਕੀ ਰਹੇ ਨੇ? ਹਉਮੈ ਬੋਲਦੇ ਪਏ ਨੇ, ਅਹੰਗ ਬੋਲਦੇ ਪਏ ਨੇ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਗੁਰੂ ਨਾਨਕ ਸਾਹਿਬ ਮਹਾਰਾਜ। ਅਣਹੋਂਦਾ ਆਪ ਗਣਾਏਂਦੇ। ਮਹਾਰਾਜ ਕਹਿੰਦੇ ਤੇ ਇੱਦਾਂ ਹੋਣਾ ਚਾਹੀਦਾ ਸੀ ਵੀ ਅਣਹੋਂਦਾ ਆਪ ਵੰਡਾਏ, ਵੀ ਨਹੀਂ ਹੈ ਤਾਂ ਵੀ ਲੋਕਾਂ ਦੇ ਵਿੱਚ ਵੰਡ ਦੇਵੇ। ਇਹ ਹੈ ਕੁਝ ਵੀ ਨਹੀਂ, ਫਿਰ ਵੀ ਆਂਦਾ ਵੀ ਤੁਹਾਨੂੰ ਪਤਾ ਨਹੀਂ ਮੈਂ ਕੌਣ ਹਾਂ। ਸਤਿਗੁਰੂ ਕਹਿੰਦੇ ਅਣਹੋਂਦਾ ਆਪ ਗਣਾਏਂਦੇ। ਆਹ ਗੱਲ ਬੜੇ ਕਮਾਲ ਦੀ ਹੈ। ਸਤਿਗੁਰੂ ਕਹਿੰਦੇ ਹੁਣ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏਂਦੇ। ਉਹ ਮਹਾਰਾਜ ਮੈਂ ਤਾਂ ਤੇਰੇ ਘਰ ਦਾ ਨਿੱਕਾ ਜਿਹਾ ਗਾਉਣ ਵਾਲਾ ਹਾਂ, ਮੇਰੀ ਕੀ ਤਾਕਤ ਹੈ ਮੈਂ ਤੇਰੇ ਬਾਰੇ ਕੁਝ ਬੋਲ ਦੇਵਾਂ। ਕਦੀ ਇੱਦਾਂ ਸੋਚ ਕੇ ਵੇਖਿਓ। ਮੈਨੂੰ ਮਾਫ਼ ਕਰਿਓ, ਗੁਰਦੁਆਰੇ ਵਿੱਚ ਸਾਡੀ ਥਾਂ 'ਤੇ ਕੋਈ ਆ ਕੇ ਬਹਿ ਜੇ ਨਾ ਤਾਂ ਸਾਨੂੰ ਇੰਝ ਲੱਗਣਾ ਕਿ ਸਾਡੀ ਥਾਂ ਮੱਲ ਲਈ ਹੈ। ਥਾਂ ਕਿੱਥੇ ਹੈ ਸਾਡੀ? ਇਹ ਤਾਂ ਗੁਰਦੁਆਰੇ ਦੀ ਥਾਂ ਹੈ। ਮੇਰੇ ਤੋਂ ਪਹਿਲਾਂ ਕਿੰਨੇ ਆ ਕੇ ਬਹਿ ਕੇ ਚਲੇ ਜਾਂਦੇ ਨੇ। ਤੁਸੀਂ ਦੇਖ ਲਿਓ, ਕਈ ਬੰਦਿਆਂ ਦੀ ਜਗ੍ਹਾ ਬਦਲ ਜਾਵੇ, ਉਹਨਾਂ ਨੂੰ ਕਥਾ ਸੁਣਨ ਦਾ ਮਜ਼ਾ ਨਹੀਂ ਆਉਣਾ ਬਾਅਦ 'ਚ। ਅਸੀਂ ਇਹਨੂੰ ਸੂਖਮ ਹਉਮੈ ਸਮਝ ਲਿਓ। ਮੈਂ ਬੜੀ ਵਾਰ ਸ਼ਾਇਦ ਇਹ ਗੱਲ ਪਹਿਲਾਂ ਵੀ ਕਰਦਾ ਹੁੰਦਾ ਸੀ। ਅਸੀਂ ਥਾਂ ਸਿਲੈਕਟ ਕਰ ਲਈ ਹੈ, ਬਸ ਇੱਥੇ ਹੀ ਬੈਠਣਾ ਅਤੇ ਇੱਥੇ ਹੀ ਬੈਠ ਕੇ ਸੁਣਨਾ। ਥੋੜ੍ਹੀ ਜਿਹੀ ਜਗ੍ਹਾ ਬਦਲ ਗਈ, ਅੱਜ ਕੀਰਤਨ ਦਾ ਮਜ਼ਾ ਨਹੀਂ ਆਇਆ, ਕਥਾ ਦਾ ਮਜ਼ਾ ਨਹੀਂ ਆਇਆ। ਇਹਨੂੰ ਇਹ ਨਾ ਸਮਝ ਲੈਣਾ ਵੀ ਮੈਂ ਦੂਸਰੀ ਗੱਲ ਕਰਦਾ ਹਾਂ, ਪਰ ਇਹਨੂੰ ਸੋਚ ਕੇ ਵੇਖਣਾ, ਆਪਣੀ ਜਗ੍ਹਾ ਬਦਲ ਕੇ ਕਿਤੇ ਕਥਾ ਸੁਣ ਕੇ ਵੇਖੇ। ਰੱਬ ਨਾ ਕਰੇ ਇਹਨੂੰ ਭਾਵੇਂ ਕੋਈ ਕਿੱਦਾਂ ਸਮਝ ਲਵੇ। ਮੈਂ 2 ਮਿੰਟ 'ਚ ਸਮਾਪਤੀ ਕਰ ਦੇਵਾਂਗਾ। ਬੀਬੀਆਂ ਵਾਲਾ ਪਾਸਾ ਉੱਧਰ ਕਰ ਦਿਓ, ਬੰਦਿਆਂ ਵਾਲਾ ਇੱਧਰ ਕਰ ਦਿਓ। ਉਹਨਾਂ ਨੂੰ ਇੰਝ ਲੱਗੇਗਾ ਕਿ ਅਸੀਂ ਅੱਜ ਵੀ ਬੀਬੀਆਂ 'ਚ ਬੈਠੇ ਹਾਂ, ਤੁਹਾਨੂੰ ਲੱਗੇਗਾ ਅਸੀਂ ਬੰਦਿਆਂ 'ਚ ਬੈਠੇ ਹਾਂ। ਇਹ ਇੱਦਾਂ ਦੇ ਹਾਲ ਨੇ ਸਾਡੇ। ਹਰ ਇੱਕ ਚੀਜ਼ ਨੂੰ ਇੱਦਾਂ ਫੜ ਕੇ ਬੈਠ ਜਾਣਾ। ਮਹਾਰਾਜ ਮੈਂ ਕੀ ਹਾਂ? ਜੇ ਆਪਣੇ ਧਿਆਨ ਦੇ ਨਾਲ ਸੋਚੋ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੀ ਹਾਂ ਮੈਂ, ਅਤੇ ਸਤਿਗੁਰੂ ਕਹਿੰਦੇ ਜੇ ਮੈਨੂੰ ਪੁੱਛਦਾ ਨਾ ਵਾਹਿਗੁਰੂ ਹੁਣ ਢਾਡੀ ਕਾ ਨੀਚ ਜਾਤ, ਉਹ ਮੈਂ ਤਾਂ ਨੀਵੀਂ ਜੀ ਜਾਤ ਦਾ ਢਾਡੀ ਹਾਂ। ਉਹ ਉੱਚੀ ਜਾਤ ਵਾਲਾ ਤਾਂ ਕੋਈ ਮਾਣ ਵੀ ਕਰ ਲਵੇ, ਮੈਂ ਕੀ ਮਾਣ ਕਰਾਂ? ਫਿਰ ਮੇਰੇ ਪੱਲੇ ਬਹੁਤ ਕੁਝ ਹੈ। ਇੱਕ ਨਾ ਗੁਰੂ ਨਾਨਕ ਸਾਹਿਬ ਦਾ ਬੋਲ ਹੈ, ਸਤਿਗੁਰੂ ਕਹਿੰਦੇ ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਮਹਾਰਾਜ ਤੇਰੀ ਜੇ ਮੈਂ ਕੀਰਤੀ ਕਰਦਾ ਹਾਂ, ਤੇਰੇ ਗੁਣ ਗਾਉਂਦਾ ਹਾਂ, ਪਤਾ ਕਿਉਂ ਗਾਉਂਦਾ ਹਾਂ? ਸਤਿਗੁਰੂ ਨੇ ਉਦਾਹਰਣ ਲਈ, ਕਹਿੰਦੇ ਜਦੋਂ ਕਿਤੇ ਨਾ ਇੱਕ ਜਿਹੜਾ ਕੁੱਤਾ ਹੁੰਦਾ ਨਾ, ਉਹ ਦੂਸਰਿਆਂ ਕੁੱਤਿਆਂ ਦੇ ਇਲਾਕੇ ਦੇ ਵਿੱਚ ਚਲਾ ਜਾਵੇ, ਉਹ ਉਸੇ ਵੇਲੇ ਨਾ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਵੀ ਇਹ ਸਾਡੇ ਏਰੀਏ ਦੇ ਵਿੱਚ ਕੀ ਕਰਨ ਆ ਗਿਆ। ਆਹ ਤੁਹਾਡੇ ਨਾਲ ਰੋਜ਼ ਵਾਪਰਦਾ। ਤੁਸੀਂ 4 ਵਜੇ ਵੀ ਸ਼ੁਰੂ ਹੋ ਜਾਂਦੇ, ਜਦੋਂ ਮਰਜ਼ੀ ਸ਼ੁਰੂ ਕਰਾ ਲਓ ਇਹਨਾਂ ਦੇ ਕੋਲ। ਉਹ ਕੋਈ ਮਾੜਾ ਜਿਹਾ ਬਾਹਰੋਂ ਆਇਆ ਨਹੀਂ, ਉਹਨਾਂ ਨੇ ਸ਼ੁਰੂ ਹੋ ਜਾਣਾ। ਸਤਿਗੁਰੂ ਕਹਿੰਦੇ ਨੇ ਫਿਰ ਉਹ ਵਿਚਾਰਾ ਪਤਾ ਕੀ ਕਰਦਾ, ਜਿਹੜਾ ਬਾਹਰੋਂ ਆਇਆ ਹੁੰਦਾ ਉਹ ਵੀ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦਾ ਵੀ ਘੱਟੋ ਘੱਟ ਆਵਾਜ਼ ਸੁਣ ਕੇ ਤਾਂ ਦੌੜਨ ਗਈ ਨਾ, ਆਵਾਜ਼ ਸੁਣ ਕੇ ਤੇ ਮੇਰੇ ਤੋਂ ਪਰੇ ਹੋਣ ਗਈ ਨਾ। ਅਤੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਇੱਦਾਂ ਮੇਰੇ ਨਾਲ ਹੋ ਰਿਹਾ। ਜਦੋਂ ਮੈਨੂੰ ਵਿਕਾਰ ਆ ਕੇ ਫੜਦੇ ਨੇ ਤਾਂ ਮੈਂ ਉੱਚੀ ਉੱਚੀ ਤੇਰਾ ਨਾਂ ਲੈਣਾ ਸ਼ੁਰੂ ਕਰ ਦਿੰਦਾ। ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਉਹ ਮੈਂ ਤਾਂ ਆਪਣੇ ਸਰੀਰ ਨੂੰ ਬਚਾਉਣ ਦੇ ਲਈ ਬਸ ਬੋਲਦਾ ਹਾਂ, ਹੋਰ ਮੈਂ ਕੀ ਕਰਦਾ ਪਿਆ? ਵੀ ਬੰਦਗੀ ਮੈਂ ਕਿਤੇ ਤੇਰੇ ਲਈ ਕਰਦਾ ਪਿਆ? ਮੈਂ ਤਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਕਰਦਾ ਪਿਆ। ਮੈਂ ਕੀ ਹਾਂ? ਕੁਝ ਵੀ ਨਹੀਂ ਹਾਂ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਮੈਂ ਤਾਂ ਇਸ ਗੱਲ ਨੂੰ ਸਮਝ ਕੇ ਬੈਠਾ ਵੀ ਜੇ ਮੈਂ ਭਗਤੀ ਤੋਂ ਹੀਣਾ ਵੀ ਹਾਂ ਅਤੇ ਰੱਬਾ ਤੇਰਾ ਨਾਂ ਤਾਂ ਨਹੀਂ ਨਾ ਕਿਤੇ ਚੱਲਿਆ, ਤੂੰ ਤਾਂ ਫਿਰ ਵੀ ਬਖਸ਼ਿਸ਼ ਕਰ ਦੇਵੇਂਗਾ। ਹਾਂ ਢਾਡੀ ਕਾ ਨੀਚ ਜਾਤ, ਮੈਂ ਤਾਂ ਨੀਵੀਂ ਜੀ ਜਾਤੀ ਵਾਲਾ ਢਾਡੀ ਹਾਂ। ਮੈਂ ਤਾਂ ਬੜਾ ਨੀਵਾਂ ਜਿਹਾ ਤੇਰੇ ਘਰ ਦਾ ਸੇਵਾਦਾਰ ਹਾਂ। ਮੈਂ ਤਾਂ ਨੀਚ ਹਾਂ। ਹੋਰ ਉੱਤਮ ਜਾਤ ਸਦਾਏਂਦੇ, ਹੋਰ ਬੜੇ ਆਪਣੇ ਆਪ ਨੂੰ ਉੱਚਾ ਮੰਨਦੇ ਨੇ, ਮੈਂ ਉਹ ਹਾਂ, ਮੈਂ ਆਹ ਹਾਂ। ਇੱਥੇ ਲੋਕਾਂ ਦੇ ਨਾਂ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਕਿਤੇ ਗੱਲ ਨਾ ਬੋਲੋ, ਅਗਰ ਨੂੰ ਲੱਗਦਾ ਵੀ ਸਾਨੂੰ ਸੱਦਿਆ ਹੀ ਨਹੀਂ ਤੁਸੀਂ। ਗੁਰਦੁਆਰੇ ਵੀ ਤਾਂ ਵੀ ਘੱਟੋ ਘੱਟ 50-60 ਬੰਦੇ ਸੱਦਾ ਦੇਣ ਅਤੇ ਫਿਰ ਹੀ ਗੁਰਦੁਆਰੇ ਆਉਣਗੇ। ਹਜ਼ੂਰ ਕਹਿੰਦੇ ਹੋਰ ਉੱਤਮ ਜਾਤ ਸਦਾਏਂਦੇ। ਬੜੇ ਨੇ ਜਿਹੜੇ ਆਪਣੇ ਨੂੰ ਕਿਸੇ ਕਿਸੇ ਚੀਜ਼ ਦੀ ਪੰਡ ਲੈ ਕੇ ਬੈਠੇ ਨੇ। ਪਰ 3 ਮੰਗਾਂ ਜੇ ਤੁਝਾ ਧਿਆਏਂਦੇ। ਵਾਹਿਗੁਰੂ ਮੈਂ ਉਹਨਾਂ ਨੂੰ ਮੰਗਦਾ। ਕਿਹਨਾਂ ਨੂੰ? ਜਿਹੜੇ ਤੈਨੂੰ ਧਿਆਉਂਦੇ ਨੇ। ਮੈਨੂੰ ਤਾਂ ਤੇਰੇ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਚਾਹੀਦੀ ਹੈ। ਉਹਨਾਂ ਦੇ ਨਾਲ ਮੈਂ ਜੁੜਿਆ ਰਵਾਂ ਅਤੇ ਉਹਨਾਂ ਨੂੰ ਮੈਂ ਮਿਲਾਂਗਾ ਅਤੇ ਕਿਤੇ ਇਹੋ ਜਿਹੀ ਗੱਲ ਮੇਰੇ ਦਿਮਾਗ ਦੇ ਵਿੱਚ ਪੈ ਜਾਵੇਗੀ ਮੈਂ ਤੇਰੇ ਦਰ ਵਾਲੇ ਪਾਸੇ ਤੁਰਾਂਗਾ। ਨਹੀਂ ਤਾਂ ਜੇ ਮੈਂ ਹੰਕਾਰੀਆਂ ਦੇ ਕੋਲ ਬੈਠ ਗਿਆ, ਉਹਨਾਂ ਮੇਰਾ ਹੰਕਾਰ ਹੀ ਵੱਧ ਕਰਨਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ। 3 ਮੰਗਾਂ ਜੇ ਤੁਝੈ ਧਿਆਏਂਦੇ। ਸਾਮਤ ਦੇਹੁ ਦਇਆਲ ਪ੍ਰਭ ਜਿਤ ਤੁਮ ਹੈ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ।
मैं तेरे प्यारिਆਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਤਿੰਨ ਮੰਗਾਂ ਜੇ ਤੁਝੇ ਧਿਆਏਂਦੇ। ਸੱਚੇ ਪਾਤਸ਼ਾਹ ਜਿਹੜੇ ਤੈਨੂੰ ਧਿਆਉਂਦੇ ਨੇ ਨਾ, ਮੈਂ ਉਹਨਾਂ ਦੀ ਧੂੜ ਮੰਗਦਾ ਹਾਂ, ਮੈਂ ਉਹਨਾਂ ਦੀ ਸੰਗਤ ਮੰਗਦਾ ਹਾਂ। ਪੌੜੀ ਦਾ ਸਲੋਕਾਂ ਦਾ ਵਿਸ਼ਾ ਇਹ ਹੈ, ਅਸੀਂ ਜੋ ਕਰਦੇ ਹਾਂ ਕਿਤੇ ਨਾ ਕਿਤੇ ਉਹਦਾ ਸੂਖਮ ਜਾਂ ਵੱਡਾ ਹੰਕਾਰ ਸਾਡੇ ਉੱਤੇ ਆ ਜਾਂਦਾ ਹੈ, ਭਾਵੇਂ ਉਹ ਸਾਡੀ ਪੜ੍ਹਾਈ ਹੋਵੇ ਅਤੇ ਭਾਵੇਂ ਸਾਡੇ ਧਾਰਮਿਕ ਕਰਮ ਹੋਣ, ਸਾਡੀ ਕੋਈ ਵੀ ਰਿਲੀਜੀਅਸ ਐਕਟੀਵਿਟੀ ਹੋਵੇ। ਪਰ ਸਤਿਗੁਰੂ ਕਹਿੰਦੇ ਭਾਈ ਭਗਤ ਉਹਨੂੰ ਤਾਂ ਚੰਗੇ ਲੱਗਦੇ ਨੇ ਵੀ ਨੀਵੇਂ ਰਹਿੰਦੇ ਨੇ, ਨਿਰਮਾਣ ਮੰਨਦੇ ਨੇ ਆਪਣੇ ਆਪ ਨੂੰ। ਸਤਿਗੁਰੂ ਕਿਰਪਾ ਕਰਨ। ਇਹ ਪੌੜੀ ਦੀ ਵਿਚਾਰ ਕਰਦਿਆਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।